ਹੈਲੋ ਦੋਸਤੋ, ਲਰਨ ਡੇਲੀ ਤੇ ਤੁਹਾਡਾ ਸਵਾਗਤ ਹੈ। ਤਾਂ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ, ਪੰਜਾਬ ਪੁਲਿਸ, PSSB, SSC, ਵੀਡੀਓ ਕਲਰਕ, ਨਾਇਬ ਤਹਿਸੀਲਦਾਰ ਜਾਂ ਪਟਵਾਰੀ ਦੇ ਕਿਸੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ GK GS ਦੀਆਂ ਕਲਾਸਿਸ ਦੇ ਲਈ ਲਰਨ ਡੇਲੀ ਦੇ ਨਾਲ ਜੁੜ ਸਕਦੇ ਹੋ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ। ਤਾਂ ਚੱਲਦੇ ਹਾਂ ਅੱਜ ਦੀ ਕਲਾਸ ਤੇ। ਔਰ ਅੱਜ ਦੀ ਕਲਾਸ ਹੋਣ ਜਾ ਰਹੀ ਹੈ ਕੁਝ ਖਾਸ, ਕਿਉਂਕਿ ਅੱਜ ਦੀ ਕਲਾਸ ਪਹਿਲੀਆਂ ਕਲਾਸਿਸ ਦੇ ਨਾਲੋਂ ਹੋਏਗੀ ਡਬਲ। ਤੇ ਚੱਲਾਂਗੇ ਰੈਪਿਡ ਫਾਇਰ, ਕਿਉਂਕਿ ਕੁਐਸਚਨ ਬਹੁਤ ਸਾਰੇ ਨੇ ਤੇ ਕੁਐਸਚਨ ਇੰਪੋਰਟੈਂਟ ਵੀ ਬਹੁਤ ਨੇ। ਤਾਂ ਚੱਲਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੀ ਔਰ। ਅਪਰ ਹਾਊਸ ਆਫ ਦੀ ਇੰਡੀਅਨ ਪਾਰਲੀਮੈਂਟ ਇਜ਼ ਆਲਸੋ ਨੋਨ ਐਜ਼। ਤਾਂ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਵੀ ਕਿਹਾ ਜਾਂਦਾ ਹੈ। ਤਾਂ ਇਹਨਾਂ ਦੇ ਵਿੱਚੋਂ ਕੀ ਜਿਹੜਾ ਹੈ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਕਿਹਾ ਜਾਂਦਾ ਹੈ? ਲੋਕ ਸਭਾ ਕਿਹਾ ਜਾਂਦਾ ਹੈ, ਰਾਜ ਸਭਾ ਕਿਹਾ ਜਾਂਦਾ ਹੈ, ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ ਜਾਂ ਫਿਰ ਵਿਧਾਨ ਸਭਾ ਕਿਹਾ ਜਾਂਦਾ ਹੈ। ਤਾਂ ਆਪਣੇ ਕੋਲ ਜੋ ਇਹਦਾ ਰਾਈਟ ਆਨਸਰ ਬਣੇਗਾ ਉਹ ਆਪਣੇ ਕੋਲ ਬਣਦਾ ਰਾਜ ਸਭਾ ਜੋ ਹੈ, ਇਸ ਨੂੰ ਭਾਰਤੀ ਸੰਸਦ ਦੇ ਵਿੱਚ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਇਨ ਵਿਚ ਫੀਲਡ ਸਰਸਵਤੀ सम्मान ਅਵਾਰਡ ਇਜ਼ ਗਿਵਨ। ਤਾਂ ਸਰਸਵਤੀ सम्मान ਜਿਹੜਾ ਹੈ, ਆਪਾਂ ਨੂੰ ਪੁਰਸਕਾਰ ਜਿਹੜਾ ਹੈ ਉਹ ਕਿਸ ਖੇਤਰ ਵਿੱਚ ਦਿੱਤਾ ਜਾਂਦਾ ਹੈ? ਮਿਊਜ਼ਿਕ ਦੇ ਵਿੱਚ, ਲਿਟਰੇਚਰ ਦੇ ਵਿੱਚ, ਜਰਨਲਿਜ਼ਮ ਦੇ ਵਿੱਚ ਜਾਂ ਫਿਰ ਡਾਂਸ ਦੇ ਵਿੱਚ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣੇਗਾ ਲਿਟਰੇਚਰ ਦੇ ਵਿੱਚ। ਤਾਂ ਲਿਟਰੇਚਰ ਦੇ ਵਿੱਚ ਜੋ ਹੈ ਆਪਾਂ ਨੂੰ ਸਰਸਵਤੀ ਜਿਹੜਾ सम्मान ਪੁਰਸਕਾਰ ਹੈ ਉਹ ਦਿੱਤਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਵਾਜ਼ ਦੀ ਫਸਟ ਪੁਰਤਗਾਲੀ ਵਾਇਸਰੋਏ ਇਨ ਇੰਡੀਆ। ਤਾਂ ਭਾਰਤ ਵਿੱਚ ਪਹਿਲਾ ਪੁਰਤਗਾਲੀ ਵਾਇਸਰੋਏ ਕੌਣ ਸੀ? ਇਹਨਾਂ ਦੇ ਵਿੱਚੋਂ ਭਾਰਤ ਵਿੱਚ ਆਉਣ ਵਾਲਾ ਪਹਿਲਾ ਪੁਰਤਗਾਲੀ ਵਾਇਸਰੋਏ ਕੌਣ ਸੀ? ਤਾਂ ਪਹਿਲਾ ਅਗਰ ਪੁੱਛਿਆ ਜਾਂਦਾ ਆਪਣੇ ਕੋਲ, ਇਸ ਦਾ ਆਨਸਰ ਬਣੇਗਾ ਆਪਣੇ ਕੋਲ ਬਣੇਗਾ ਅਲਮੀਡਾ। ਤਾਂ ਜੋ ਅਲਮੀਡਾ ਸੀ ਉਹ ਆਪਣੇ ਕੋਲੇ ਪੁਰਤਗਾਲੀਆਂ ਦਾ ਪਹਿਲਾ ਵਾਇਸਰੋਏ ਸੀ। ਬਟ ਅਗਰ ਓਰੀਜਨਲ ਸ਼ਾਸਕ ਪੁੱਛਿਆ ਜਾਏ ਤਾਂ ਉਹ ਆਪਣੇ ਕੋਲੇ ਅਲਬਰੂਕੀ ਬਣੇਗਾ। ਉਹ ਕੌਣ ਬਣੇਗਾ? ਅਲਬਰੂਕੀ। ਕਿਉਂਕਿ ਜਿਹੜਾ ਅਲਮੀਡਾ ਸੀਗਾ ਇਹ ਪਹਿਲਾ ਪੁਰਤਗਾਲੀ ਤਾਂ ਸੀ, ਬਟ ਇਸਨੇ ਕੋਈ ਕੰਮ ਨਹੀਂ ਕੀਤਾ। ਇਸ ਦੇ ਕੋਈ ਕੰਮ ਨਾ ਕਰਨ ਦੇ ਬਾਵਜੂਦ ਕੀ ਕੀਤਾ ਗਿਆ ਸੀ, ਇਸ ਨੂੰ ਗੱਦੀ ਤੋਂ ਹਟਾ ਕੇ ਤੇ ਅਲਬਰੂਕੀ ਨੂੰ ਉਸ ਗੱਦੀ ਤੇ ਬਿਠਾ ਦਿੱਤਾ ਗਿਆ ਸੀਗਾ। ਪਰ ਅਗਰ ਕੁਐਸਚਨ ਇਸ ਤਰੀਕੇ ਨਾਲ ਆਉਂਦਾ, ਆਪਾਂ ਨੂੰ ਕੁਐਸਚਨ ਪੜ੍ਹਨਾ ਪੈਣਾ ਤੇ ਉਸੇ ਤਰੀਕੇ ਨਾਲ ਆਨਸਰ ਦੇਣਾ ਪੈਣਾ। ਪੁੱਛਿਆ ਗਿਆ ਭਾਰਤ ਵਿੱਚ ਪਹਿਲਾ ਪੁਰਤਗਾਲੀ ਵਾਇਸਰੋਏ ਕੌਣ ਸੀ? ਪਹਿਲਾ ਕੌਣ ਸੀ? ਅਲਮੀਡਾ ਸੀ। ਬਟ ਪਹਿਲਾ ਸ਼ਾਸਕ ਕੌਣ ਸੀਗਾ? ਤਾਂ ਆਪਣੇ ਕੋਲ ਕੌਣ ਸੀਗਾ? ਅਲਬਰੂਕੀ ਸੀਗਾ। ਤਾਂ ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਵਿਚ ਕੰਟਰੀ ਇਜ਼ ਕਾਲਡ ਲੈਂਡ ਆਫ ਵਾਈਟ ਐਲੀਫੈਂਟਸ। ਤਾਂ ਕਿਹੜੇ ਦੇਸ਼ ਨੂੰ ਸਫੇਦ ਹਾਥੀਆਂ ਦੀ ਧਰਤੀ ਕਿਹਾ ਜਾਂਦਾ ਹੈ? ਚਾਈਨਾ, ਥਾਈਲੈਂਡ, ਸਾਊਥ ਕੋਰੀਆ, ਸਾਊਥ ਅਫਰੀਕਾ ਜਾਂ ਫਿਰ ਸਾਊਥ ਕੋਰੀਆ? ਤਾਂ ਇਹਨਾਂ ਦੇ ਵਿੱਚੋਂ ਕਿਹੜੇ ਦੇਸ਼ ਨੂੰ ਸਫੇਦ ਹਾਥੀਆਂ ਦੀ ਧਰਤੀ ਕਿਹਾ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲੇ ਰਾਈਟ ਆਨਸਰ ਬਣਦਾ ਹੈ ਥਾਈਲੈਂਡ। ਤਾਂ ਥਾਈਲੈਂਡ ਨੂੰ ਕੀ ਕਿਹਾ ਜਾਂਦਾ ਹੈ ਜੀ? ਸਫੇਦ ਹਾਥੀਆਂ ਦੀ ਧਰਤੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਵੈਨ ਵਾਜ਼ ਦੀ ਰਿਜ਼ਰਵ ਬੈਂਕ ਆਫ ਇੰਡੀਆ RBI ਫਾਰਮਡ। ਤਾਂ ਭਾਰਤੀ ਰਿਜ਼ਰਵ ਬੈਂਕ RBI ਦੀ ਸਥਾਪਨਾ ਕਦੋਂ ਹੋਈ ਸੀ? 1 ਅਪ੍ਰੈਲ 1935 ਦੇ ਵਿੱਚ, 1 ਮਈ 1934 ਦੇ ਵਿੱਚ, 1 ਜੂਨ 1936 ਦੇ ਵਿੱਚ ਜਾਂ ਫਿਰ 1 ਜਨਵਰੀ 1940 ਦੇ ਵਿੱਚ? ਤਾਂ ਇਸ ਦਾ ਆਪਣੇ ਕੋਲੇ ਜੋ ਰਾਈਟ ਆਨਸਰ ਬਣੇਗਾ ਉਹ ਆਪਣੇ ਕੋਲੇ ਬਣਦਾ ਹੈ 1 ਅਪ੍ਰੈਲ 1935 ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ ਸੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਸਟੇਟ ਆਫ ਇੰਡੀਆ ਥਰੂ ਵਿਚ ਟ੍ਰੋਪਿਕ ਆਫ ਸੈਂਸਰ ਪਾਸਿਸ ਇਜ਼। ਤਾਂ ਭਾਰਤ ਦੀ ਉਹ ਰਾਜ ਜਿਸ ਵਿੱਚੋਂ ਕਰਕ ਰੇਖਾ ਲੰਘਦੀ ਹੈ, ਤਾਂ ਇਹਨਾਂ ਚਾਰਾਂ ਦੇ ਵਿੱਚੋਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਬਿਹਾਰ ਤੇ ਝਾਰਖੰਡ, ਇਹਨਾਂ ਚਾਰਾਂ ਦੇ ਵਿੱਚੋਂ ਇਹੋ ਜਿਹਾ ਕਿਹੜਾ ਰਾਜ ਹੈ ਜਿਸ ਦੇ ਵਿੱਚ ਦੀ ਕਰਕ ਰੇਖਾ ਜੋ ਹੈ ਲੰਘਦੀ ਹੈ? ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣੇਗਾ ਉਹ ਆਪਣੇ ਕੋਲੇ ਬਣ ਜਾਂਦਾ ਹੈ ਜੀ ਝਾਰਖੰਡ। ਝਾਰਖੰਡ ਦੇ ਵਿੱਚੋਂ ਕੀ ਹੈ ਆਪਣੀ ਕਰਕ ਰੇਖਾ ਲੰਘਦੀ ਹੈ। ਤੇ ਹੋਰ ਕਿੰਨਾ ਰਾਜਾਂ ਦੇ ਵਿੱਚੋਂ ਦੀ ਇੰਡੀਆ ਦੇ ਵਿੱਚ ਜਿਹੜੀ ਹੈ ਕਰਕ ਰੇਖਾ ਲੰਘਦੀ ਹੈ? ਤਾਂ ਦੇਖਦੇ ਹਾਂ ਅੱਗੇ। ਤਾਂ ਇੱਥੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਕਰਕ ਰੇਖਾ ਹੈ ਉਹ ਭਾਰਤ ਦੇ 8 ਰਾਜਾਂ ਦੇ ਵਿੱਚ ਦੀ ਹੋ ਕੇ ਲੰਘਦੀ ਹੈ। ਕਿੱਥੋਂ? ਗੁਜਰਾਤ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਮੱਧ ਪ੍ਰਦੇਸ਼ ਦੇ ਵਿੱਚੋਂ, ਛੱਤੀਸਗੜ੍ਹ ਦੇ ਵਿੱਚੋਂ, ਝਾਰਖੰਡ ਦੇ ਵਿੱਚੋਂ, ਪੱਛਮੀ ਬੰਗਾਲ ਦੇ ਵਿੱਚੋਂ, ਤ੍ਰਿਪੁਰਾ ਔਰ ਮਿਜ਼ੋਰਮ। ਤਾਂ ਇਹਨਾਂ 8 ਰਾਜਾਂ ਦੇ ਵਿੱਚੋਂ ਹੁੰਦੀ ਹੋਈ ਆਪਣੇ ਕੋਲੇ ਕਰਕ ਰੇਖਾ ਜਿਹੜੀ ਹੈ ਉਹ ਭਾਰਤ ਨੂੰ ਕ੍ਰੋਸ ਕਰਦੀ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵੇਅਰ ਆਰ ਸ਼ਿਵਰੋਏ ਹਿਲਸ ਲੋਕੇਟਡ। ਤਾਂ ਸ਼ਿਵਰੋਏ ਦੀਆਂ ਪਹਾੜੀਆਂ ਜਿਹੜੀਆਂ ਨੇ ਉਹ ਕਿੱਥੇ ਸਥਿਤ ਹਨ? ਆਂਧਰਾ ਪ੍ਰਦੇਸ਼ ਵਿੱਚ, ਕਰਨਾਟਕਾ ਵਿੱਚ, ਕੇਰਲਾ ਵਿੱਚ ਜਾਂ ਫਿਰ ਤਾਮਿਲਨਾਡੂ ਦੇ ਵਿੱਚ?
ਤਾਂ ਸ਼ਿਵਰੋਏ ਦੀਆਂ ਪਹਾੜੀਆਂ ਜਿਹੜੀਆਂ ਨੇ ਆਪਣੇ ਕੋਲੇ ਤਾਮਿਲਨਾਡੂ ਦੇ ਵਿੱਚ ਸਥਿਤ ਹਨ। ਕਿੱਥੇ ਹਨ ਜੀ? ਤਾਮਿਲਨਾਡੂ ਦੇ ਵਿੱਚ ਸਥਿਤ ਹਨ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਬਾਏ ਵਿਚ ਐਕਟ ਡਾਇਰਕੀ ਵਾਜ਼ ਇੰਟਰੋਡਿਊਸਡ ਇਨ ਇੰਡੀਆ। ਤਾਂ ਭਾਰਤ ਵਿੱਚ ਡਾਇਰਕੀ ਦੀ ਸ਼ੁਰੂਆਤ ਕਿਸ ਐਕਟ ਦੇ ਆਧਾਰ ਤੇ ਕੀਤੀ ਗਈ ਸੀ? ਗਵਰਨਮੈਂਟ ਆਫ ਇੰਡੀਆ ਐਕਟ 1935, ਇੰਡੀਅਨ ਇੰਡੀਪੈਂਡੈਂਸ ਐਕਟ 1947, ਗਵਰਨਮੈਂਟ ਆਫ ਇੰਡੀਆ ਐਕਟ 1919 ਜਾਂ ਫਿਰ ਇੰਡੀਅਨ ਕਾਉਂਸਲ ਐਕਟ 1909। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਂਸਰ ਬਣੇਗਾ ਉਹ ਆਪਣੇ ਕੋਲੇ ਬਣਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਤਹਿਤ ਆਪਣੇ ਕੋਲੇ ਡਾਇਰਕੀ ਜਿਹੜੀ ਸੀਗੀ, ਡਾਇਰਕੀ ਸਿਸਟਮ ਦੀ ਜਿਹੜੀ ਸੀਗੀ ਸ਼ੁਰੂਆਤ ਕੀਤੀ ਗਈ ਸੀਗੀ, ਡਾਇਰਕੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਸੀ। ਤਾਂ ਜਿਹੜਾ ਆਪਣੇ ਕੋਲੇ ਇੰਡੀਅਨ ਕਾਉਂਸਲ ਐਕਟ ਆ ਜਾਂਦਾ, ਇੰਡੀਅਨ ਕਾਉਂਸਲ ਐਕਟ 1909 ਹੈ, ਇਸ ਨੂੰ ਆਪਾਂ ਮਾਰਲੀਮੈਂਟੂ ਰਿਫਾਰਮ ਦੇ ਨਾਮ ਨਾਲ ਵੀ ਜਾਣਦੇ ਹਾਂ। ਤੇ ਇਹ ਵੀ ਚੀਜ਼ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਇਨ ਦੀ ਇੰਡੀਅਨ ਕੌਨਸਟੀਟਿਊਸ਼ਨ ਪ੍ਰੋਵਾਈਡਸ ਫੋਰ ਦੀ ਅਪੁਆਇੰਟਮੈਂਟ ਆਫ ਅਡਹੋਕ ਜੱਜਿਸ ਇਨ। ਤਾਂ ਭਾਰਤੀ ਸੰਵਿਧਾਨ ਵਿੱਚ ਅਡਹੋਕ ਜੱਜਾਂ ਦੀ ਨਿਯੁਕਤੀ ਦੀ ਵਿਵਸਥਾ ਹੈ, ਕਿਸ ਦੇ ਵਿੱਚ ਹੈ? ਸੁਪਰੀਮ ਕੋਰਟ ਦੇ ਵਿੱਚ ਹੈ, ਹਾਈ ਕੋਰਟ ਦੇ ਵਿੱਚ ਹੈ, ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੇ ਵਿੱਚ ਹੈ, ਜਾਂ ਫਿਰ ਆਲ ਆਫ ਥੀਸ। ਐਡਹੋਕ ਜੱਜ, ਤਾਂ ਐਡਹੋਕ ਜੱਜ ਹੁੰਦੇ ਕੀ ਨੇ? ਐਡਹੋਕ ਜੱਜ ਜਿਹੜੇ ਹੁੰਦੇ ਨੇ ਆਪਣੇ ਕੋਲੇ, ਇਹ ਹੁੰਦੇ ਨੇ ਐਕਸਟਰਾ ਜੱਜ। ਐਕਸਟਰਾ ਮਤਲਬ ਕਿ ਜੱਜਾਂ ਦੀ ਕਮੀ ਹੋਣ 'ਤੇ ਜਦੋਂ ਕੀ ਹੁੰਦਾ, ਹੋਰ ਜੱਜਾਂ ਨੂੰ ਭਰਤੀ ਕੀਤਾ ਜਾਂਦਾ ਥੋੜ੍ਹੇ ਸਮੇਂ ਦੇ ਲਈ, ਤਾਂ ਉਹਨਾਂ ਨੂੰ ਕਿਹਾ ਜਾਂਦਾ ਐਡਹੋਕ ਜੱਜ। ਤਾਂ ਇਹ ਜਿਹੜੀ ਪੋਲਿਸੀ ਹੈ ਇਹ ਕਿੱਥੇ ਹੈ? ਇਹ ਸਿਰਫ ਆਪਣੇ ਕੋਲੇ ਆਨਸਰ ਬਣਦਾ ਰਾਈਟ ਜੀ, ਸੁਪਰੀਮ ਕੋਰਟ ਦੇ ਵਿੱਚ। ਤਾਂ ਸੁਪਰੀਮ ਕੋਰਟ ਸਿਰਫ ਕੀ ਹੈ? ਇੱਕ ਇਹੋ ਜਿਹੀ ਕੋਰਟ ਹੈ ਜਿਹੜੀ ਕਿ ਐਡਹੋਕ ਜੱਜਿਸ ਰੱਖਦੀ ਹੈ, ਮਤਲਬ ਕਿ ਐਕਸਟਰਾ ਜੱਜਿਸ ਨੂੰ ਕੀ ਹੈਗੀ ਆ ਆਪਣੇ ਲਈ ਰੱਖਦੀ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਵਾਜ਼ ਦੀ ਫਸਟ ਮਾਸ ਮੂਵਮੈਂਟ ਲੀਡ ਬਾਈ ਮਹਾਤਮਾ ਗਾਂਧੀ। ਤਾਂ ਮਹਾਤਮਾ ਗਾਂਧੀ ਦੁਆਰਾ ਚਲਾਇਆ ਗਿਆ ਪਹਿਲਾ ਜਨ ਅੰਦੋਲਨ ਕਿਹੜਾ ਸੀ? ਨੌਨ ਕੋਆਪਰੇਸ਼ਨ ਮੂਵਮੈਂਟ, ਡਿਸਓਬੀਡੀਐਂਸ ਮੂਵਮੈਂਟ, ਇੰਡੀਗੋ ਮੂਵਮੈਂਟ ਜਾਂ ਫਿਰ ਕੁਇਟ ਇੰਡੀਆ ਮੂਵਮੈਂਟ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਂਸਰ ਬਣਦਾ ਹੈ ਉਹ ਆਪਣੇ ਕੋਲੇ ਬਣਦਾ ਹੈ ਨੌਨ ਕੋਆਪਰੇਸ਼ਨ ਮੂਵਮੈਂਟ, ਜਿਹੜਾ ਸੀ ਗਾਂਧੀ ਜੀ ਦੁਆਰਾ ਚਲਾਇਆ ਗਿਆ ਪਹਿਲਾ ਜਨ ਅੰਦੋਲਨ ਸੀ। ਕਦੋਂ ਚਲਾਇਆ ਗਿਆ ਸੀ? ਨੌਨ ਕੋਆਪਰੇਸ਼ਨ ਮੂਵਮੈਂਟ ਆਪਣੇ ਕੋਲੇ 1920 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ, ਔਰ 1922 ਦੇ ਵਿੱਚ ਗਾਂਧੀ ਜੀ ਦੁਆਰਾ ਇਸ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਕਿਉਂ ਖਤਮ ਕਰ ਦਿੱਤਾ ਗਿਆ ਸੀ ਉਹ ਆਪਾਂ ਨੂੰ ਪਤਾ ਹੈ, ਆਪਾਂ ਹੋਰ ਕੁਐਸਚਨਾਂ ਦੇ ਵਿੱਚ ਵੀ ਪੜ੍ਹਦੇ ਰਹਿੰਦੇ ਹਾਂ, ਅੱਗੇ ਵੀ ਜਾ ਕੇ ਪੜ੍ਹਾਂਗੇ ਉਸ ਦੇ ਬਾਰੇ, ਕਿ ਜਿਹੜਾ ਨੌਨ ਕੋਆਪਰੇਸ਼ਨ ਮੂਵਮੈਂਟ ਸੀਗਾ ਇਸ ਨੂੰ 1922 ਦੇ ਵਿੱਚ ਕਿਉਂ ਖਤਮ ਕੀਤਾ ਗਿਆ? ਕਿਉਂਕਿ ਇੱਕ ਯੂਪੀ ਦੇ ਵਿੱਚ ਗੋਰਖਪੁਰ ਨਾਮ ਦੇ ਇੱਕ ਸ਼ਹਿਰ ਦੇ ਵਿੱਚ ਚੌਰੀ ਚੌਰਾ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਇੱਕ ਘਟਨਾ ਹੋਈ ਸੀ, ਜਿੱਥੇ ਲੋਕਾਂ ਦੁਆਰਾ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਗਈ ਸੀਗੀ, ਜਿਸ ਨੂੰ ਦੇਖਦੇ ਹੋਏ ਗਾਂਧੀ ਜੀ ਨੇ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਕੀ ਸੀਗਾ, ਖਤਮ ਕਰ ਦਿੱਤਾ ਸੀਗਾ। ਤਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ, ਵਿਚ ਆਫ ਦੀ ਫੋਲੋਇੰਗ ਵਾਜ਼ ਅਡੋਪਟਡ ਫਰੋਮ ਦੀ ਮੌਰਿਆ ਡੈਂਸਿਟੀ ਇਨ ਦੀ ਐਂਬਲਮ ਆਫ ਗਵਰਨਮੈਂਟ ਆਫ ਇੰਡੀਆ। ਤਾਂ ਭਾਰਤ ਸਰਕਾਰ ਦੇ ਪ੍ਰਤੀਕ ਵਿੱਚ ਮੌਰਿਆ ਰਾਜਵੰਸ਼ ਵਿੱਚੋਂ ਕਿਸ ਨੂੰ ਅਪਣਾਇਆ ਗਿਆ ਸੀ? ਹਾਰਸ ਨੂੰ, ਫੋਰ ਲਾਇਨਸ ਨੂੰ, ਚੈਰਿਟ ਵੀਲ ਨੂੰ ਜਾਂ ਫਿਰ ਵਰਡਸ ਸਤਿਅਮ ਵਿਜੇਤੇ ਨੂੰ। ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣਦਾ ਹੈ ਜੀ ਉਹ ਬਣਦਾ ਆਪਣੇ ਕੋਲੇ ਫੋਰ ਲਾਇਨਸ। ਜਿਹੜਾ ਆਪਣੇ ਕੋਲੇ ਅਸਤੋਪ ਸ਼ਰਮ ਹੁੰਦਾ ਹੈ ਨਾ, 4 ਸ਼ੇਰ ਹੁੰਦੇ ਨੇ, ਚਾਰੋਂ ਪਾਸੇ ਮੂੰਹ ਕੀਤਾ ਹੁੰਦਾ, ਉਸ ਚੀਜ਼ ਨੂੰ ਕਿੱਥੋਂ ਅਪਣਾਇਆ ਗਿਆ? ਉਸ ਚੀਜ਼ ਨੂੰ ਆਪਣੇ ਕੋਲੇ ਮੌਰਿਆ ਰਾਜਵੰਸ਼ ਤੋਂ ਅਪਣਾਇਆ ਗਿਆ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਲਾਰਜੈਸਟ ਮਾਊਂਟੇਨ ਸੀਰੀਜ਼ ਆਫ ਦੀ ਵਰਲਡ। ਸੰਸਾਰ ਦੀ ਸਭ ਤੋਂ ਵੱਡੀ ਪਰਬਤ ਲੜੀ ਕਿਹੜੀ ਹੈ? ਹਿਮਾਲਿਆਜ਼, ਐਂਡੀਜ਼, ਰੌਕੀਜ਼ ਜਾਂ ਫਿਰ ਐਲਪਸ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਂਸਰ ਬਣਦਾ ਹੈ ਉਹ ਬਣਦਾ ਹੈ ਐਂਡੀਜ਼। ਐਂਡੀਜ਼ ਜਿਹੜੀ ਹੈਗੀ ਹੈ ਸੰਸਾਰ ਦੀ ਸਭ ਤੋਂ ਵੱਡੀ ਪਰਬਤ ਲੜੀ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ ਡਿਊਰਿੰਗ ਕੁਇਟ ਇੰਡੀਆ ਮੂਵਮੈਂਟ ਵਾਜ਼। ਭਾਰਤ ਛੱਡੋ ਅੰਦੋਲਨ ਦੌਰਾਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਨ। ਤਾਂ ਭਾਰਤ ਛੱਡੋ ਅੰਦੋਲਨ ਦੌਰਾਨ ਇਹਨਾਂ ਦੇ ਵਿੱਚੋਂ ਕੌਣ ਸੀ ਜਿਹੜਾ ਕਿ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ? ਤਾਂ ਆਪਣੇ ਕੋਲੇ ਰਾਈਟ ਆਂਸਰ ਬਣ ਜਾਂਦਾ ਇਸ ਦਾ ਚਰਚਿਲ। ਚਰਚਿਲ ਉਸ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਜਦੋਂ ਭਾਰਤ ਛੱਡੋ ਅੰਦੋਲਨ
ਚੱਲ ਰਿਹਾ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਇਜ਼ ਦੀ ਆਥਰ ਆਫ ਦੀ ਕੋਹਿਨੂਰ। ਤਾਂ ਕੋਹਿਨੂਰ ਦਾ ਆਥਰ ਕੌਣ ਹੈ, ਕੋਹਿਨੂਰ ਦਾ ਲੇਖਕ ਕੌਣ ਹੈ? ਤਾਂ ਇਹਦਾ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਜੀ ਲਾਲਾ ਲਾਜਪਤ ਰਾਏ ਜੀ ਜਿਹੜੇ ਨੇ ਉਹ ਕੋਹਿਨੂਰ ਦੇ ਲੇਖਕ ਨੇ। ਨੈਕਸਟ ਚੱਲਦੇ ਹਾਂ, ਇੰਦਰਾ ਪੁਆਇੰਟ ਇਜ਼ ਦੀ ਸਾਊਥਰਨ ਮੋਸਟ ਟਿਪ ਆਫ। ਇੰਦਰਾ ਪੁਆਇੰਟ ਜਿਹੜਾ ਹੈਗਾ ਸਭ ਤੋਂ ਦੱਖਣੀ ਸਿਰਾ ਹੈ ਕਿਸ ਦਾ ਹੈ? ਮਤਲਬ ਕਿ ਆਪਣੇ ਕੋਲੇ ਇੰਡੀਆ ਬਣ ਜਾਂਦਾ ਹੈ, ਠੀਕ ਹੈ। ਇਸ ਤਰੀਕੇ ਦੇ ਨਾਲ, ਇਸ ਤਰੀਕੇ ਨਾਲ ਮੰਨ ਲਓ ਆਪਣੇ ਕੋਲੇ ਇੰਡੀਆ ਬਣ ਗਿਆ, ਠੀਕ ਹੈ। ਇਸ ਤਰੀਕੇ ਨਾਲ ਬਣ ਗਿਆ, ਔਰ ਇਸ ਦਾ ਅਗਰ ਦੇਖੀਏ ਆਪਾਂ ਇਸ ਸਾਈਡ ਤੋਂ, ਨਾਰਥ ਸਾਈਡ ਤੋਂ, ਉਸ ਦਾ ਲਾਸਟ ਪੁਆਇੰਟ ਹੋਏਗਾ ਇੱਥੇ ਆਪਣੇ ਕੋਲੇ ਅੰਡੇਮਾਨ ਨਿਕੋਬਾਰ ਹੈ, ਠੀਕ ਹੈ। ਤਾਂ ਜਿਹੜਾ ਆਪਣੇ ਕੋਲੇ ਇੰਦਰਾ ਪੁਆਇੰਟ ਤੋਂ ਜਿਹੜਾ ਹੈ ਬਣੇਗਾ ਆਪਣੇ ਕੋਲੇ ਸਭ ਤੋਂ ਦੱਖਣੀ ਪੁਆਇੰਟ ਜਿਹੜਾ ਬਣੇਗਾ ਉਹ ਆਪਣਾ ਕਿੱਥੇ ਬਣੇਗਾ, ਜਿੱਥੇ ਆਪਣਾ ਅੰਡੇਮਾਨ ਨਿਕੋਬਾਰ ਖਤਮ ਹੁੰਦਾ ਹੈ। ਤਾਂ ਇੱਥੇ ਜਿਹੜਾ ਆ ਕੇ ਜਿਹੜਾ ਮੇਨ ਪੁਆਇੰਟ ਬਣਦਾ ਨਾ ਇਸ ਜਗ੍ਹਾ 'ਤੇ, ਔਰ ਉਸ ਨੂੰ ਆਪਾਂ ਕੀ ਕਹਿੰਦੇ ਆ, ਤਾਂ ਇਹ ਜਿਹੜਾ ਕਹਿੰਦੇ ਆ ਇੰਦਰਾ ਪੁਆਇੰਟ ਕਹਿੰਦੇ ਆ, ਕਿਉਂਕਿ ਜਿਹੜਾ ਇੱਥੇ ਆ ਕੇ ਖਤਮ ਹੁੰਦਾ ਇਸ ਨੂੰ ਆਪਾਂ ਕੰਨਿਆ ਕੁਮਾਰੀ ਦੇ ਨਾਮ ਨਾਲ ਜਾਣਦੇ ਹਾਂ। ਜਦੋਂ ਆਪਣੇ ਇੰਡੀਆ ਦੀ ਗੱਲ ਹੋਈ ਇਕੱਲੀ ਇਸ ਪੁਆਇੰਟ ਤੱਕ, ਠੀਕ ਹੈ, ਇਹਨੂੰ ਕੰਨਿਆ ਕੁਮਾਰੀ ਦੇ ਨਾਮ ਜਾਣਦੇ ਹਾਂ। ਔਰ ਜਦੋਂ ਲਾਸਟ ਪੁਆਇੰਟ ਆਏਗਾ ਇੰਦਰਾ ਪੁਆਇੰਟ, ਇਸ ਨੂੰ ਇੰਦਰਾ ਪੁਆਇੰਟ ਦੇ ਨਾਮ ਨਾਲ ਜਾਣਦੇ ਆ। ਔਰ ਇਹ ਕਿੱਥੇ ਆ ਕੇ ਖਤਮ ਹੁੰਦਾ, ਕਿੱਥੋਂ ਤੱਕ ਗਿਣਾ ਕਰਦਾ, ਇਹ ਕਰਦਾ ਆਪਣੇ ਕੋਲੇ ਅੰਡੇਮਾਨ ਐਂਡ ਨਿਕੋਬਾਰ ਤੱਕ। ਤਾਂ ਆਪਣਾ ਜੋ ਇੱਥੇ ਵੀ ਰਾਈਟ ਆਨਸਰ ਬਣੇਗਾ ਉਹ ਕੀ ਬਣ ਜਾਏਗਾ ਆਪਣੇ ਕੋਲੇ, ਅੰਡੇਮਾਨ ਐਂਡ ਨਿਕੋਬਾਰ ਜਿਹੜਾ ਹੈਗਾ ਆਈਸਲੈਂਡਸ ਆਪਣੇ ਕੋਲੇ ਰਾਈਟ ਆਨਸਰ ਬਣ ਜਾਏਗਾ। ਚੱਲਦੇ ਹਾਂ ਨੈਕਸਟ ਕੁਐਸਚਨ ਦੀ ਔਰ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਮੋਹਿੰਜੋਦਾੜੋ ਇਜ਼ ਸਿਚੁਏਟਡ ਔਨ ਦੀ ਬੈਂਕ ਆਫ ਵਿਚ ਰਿਵਰ। ਤਾਂ ਮੋਹਿੰਜੋਦਾੜੋ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਮੋਹਿੰਜੋਦਾੜੋ ਕਿਸ ਨਦੀ ਦੇ ਕਿਨਾਰੇ ਸਥਿਤ ਹੈ? ਤਾਂ ਇਸ ਦਾ ਆਪਣੇ ਕੋਲੇ ਰਾਈਟ ਆਨਸਰ ਬਣ ਜਾਏਗਾ ਸਿੰਧੂ ਰਿਵਰ। ਸਿੰਧੂ ਰਿਵਰ ਦੇ ਕਿਨਾਰੇ ਜੋ ਹੈ ਮੋਹਿੰਜੋਦਾੜੋ ਕੀ ਹੈ ਆਪਣੇ ਕੋਲੇ ਸਥਿਤ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਰਿਪਰੈਜ਼ੈਂਟਡ ਕਾਂਗਰਸ ਇਨ ਸੈਕਿੰਡ ਰਾਊਂਡ ਟੇਬਲ ਕਾਨਫਰੰਸ। ਤਾਂ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਕਾਂਗਰਸ ਦੀ ਨੁਮਾਇੰਦਗੀ ਕਿਸ ਨੇ ਕੀਤੀ ਸੀ? ਤਾਂ ਆਪਾਂ ਨੂੰ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਕਿ ਗੋਲਮੇਜ਼ ਕਾਨਫਰੰਸਾਂ ਜਿਹੜੀਆਂ ਸੀਗੀਆਂ ਕਿੰਨੀਆਂ ਹੋਈਆਂ ਸੀ। ਤਾਂ ਆਪਣੇ ਕੋਲੇ 3 ਗੋਲਮੇਜ਼ ਕਾਨਫਰੰਸਾਂ ਹੋਈਆਂ ਸੀਗੀਆਂ, ਜਿਸ ਦੇ ਵਿੱਚੋਂ ਤਿੰਨੋਂ ਦੀਆਂ ਤਿੰਨੋਂ BR ਅੰਬੇਦਕਰ ਜੀ ਨੇ ਅਟੈਂਪਟ ਕੀਤੀਆਂ ਸੀ। ਤਿੰਨੋਂ ਦੀਆਂ ਤਿੰਨੋਂ ਬੈਠਕਾਂ ਜਿਹੜੀਆਂ ਸੀਗੀਆਂ ਇਹ ਗੋਲਮੇਜ਼ ਕਾਨਫਰੰਸਾਂ ਜਿਹੜੀਆਂ ਸੀਗੀਆਂ, ਇਸ ਨੂੰ ਤਿੰਨਾਂ ਨੂੰ BR ਅੰਬੇਦਕਰ ਜੀ ਦੁਆਰਾ ਅਟੈਂਪਟ ਕੀਤਾ ਗਿਆ ਸੀ। ਬਟ ਪਹਿਲੀ ਮੀਟਿੰਗ ਦੇ ਵਿੱਚ ਇਕੱਲੇ BR ਅੰਬੇਦਕਰ ਜੀ ਗਏ ਸੀ, ਔਰ ਇਹ ਪੁੱਛ ਰਹੇ ਕਿ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਕਾਂਗਰਸ ਦੀ ਨੁਮਾਇੰਦਗੀ ਕਿਸਨੇ ਕੀਤੀ ਸੀ? ਤਾਂ ਦੂਸਰੀ ਗੋਲਮੇਜ਼ ਕਾਨਫਰੰਸ ਦੇ ਨਾਲ BR ਅੰਬੇਦਕਰ ਜੀ ਦੇ ਨਾਲ ਮਹਾਤਮਾ ਗਾਂਧੀ ਜੀ ਗਏ ਸੀ। ਮਹਾਤਮਾ ਗਾਂਧੀ ਜੀ ਦੂਸਰੀ ਕਾਨਫਰੰਸ ਦੇ ਵਿੱਚ ਇਹਨਾਂ ਦੇ ਨਾਲ ਗਏ ਸੀ। ਤਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ 3 ਕਾਨਫਰੰਸਾਂ ਜਿਹੜੀਆਂ ਸੀਗੀਆਂ ਕਦੋਂ ਕਦੋਂ ਹੋਈਆਂ ਸੀਗੀਆਂ। ਤਾਂ ਉਹ ਆਪਾਂ ਕਰਾਂਗੇ ਅਗਲੇ ਕੁਐਸਚਨਸ, ਕਿਉਂਕਿ ਇਸ ਦੇ ਨਾਲ ਰਿਲੇਟਡ ਕੁਐਸਚਨਸ ਵੀ ਅੱਗੇ ਆ ਰੱਖੇ ਨੇ, ਤਾਂ ਉਦੋਂ ਦੱਸਾਂਗਾ ਕਿ ਕੀ ਹੋਈ ਸੀ। ਤਾਂ ਨੈਕਸਟ ਕੁਐਸਚਨ ਦੀ ओर ਚੱਲਦੇ ਹਾਂ। When did the Congress pass the proposal of independence of India for the first time? ਤਾਂ ਕਾਂਗਰਸ ਨੇ ਪਹਿਲੀ ਵਾਰ ਭਾਰਤ ਦੀ ਆਜ਼ਾਦੀ ਦਾ ਪ੍ਰਸਤਾਵ ਕਦੋਂ ਪਾਸ ਕੀਤਾ ਸੀ? 1929 ਵਿੱਚ, 1915 ਵਿੱਚ, ਜਾਂ 1942 ਵਿੱਚ, ਜਾਂ ਫਿਰ 1935 ਦੇ ਵਿੱਚ? ਤਾਂ ਕਾਂਗਰਸ ਦੁਆਰਾ ਪਹਿਲੀ ਵਾਰੀ ਭਾਰਤ ਦੀ ਆਜ਼ਾਦੀ ਦਾ ਪ੍ਰਸਤਾਵ ਜਿਹੜਾ ਸੀਗਾ ਉਹ 1929 ਦੇ ਵਿੱਚ ਪਾਸ ਕੀਤਾ ਗਿਆ ਸੀਗਾ। ਔਰ ਇਸੇ ਪ੍ਰਸਤਾਵ ਨੂੰ ਜਿਹੜਾ ਸੀਗਾ ਜਦੋਂ ਮਨਾਇਆ ਗਿਆ ਆਜ਼ਾਦੀ ਦੇ ਪ੍ਰਸਤਾਵ ਨੂੰ, ਔਰ ਉਸ ਤੋਂ ਬਾਅਦ 1930 ਦੇ ਵਿੱਚ ਪਹਿਲੀ ਵਾਰ ਰਾਵੀ ਨਦੀ ਦੇ ਕੰਢੇ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਪਹਿਲੀ ਵਾਰ ਰਾਵੀ ਨਦੀ ਦੇ ਕੰਢੇ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਆਫ ਦੀ ਫੋਲੋਇੰਗ ਇਜ਼ ਨੋਨ ਐਜ਼ ਦੇਸ਼ ਬੰਧੂ। ਤਾਂ ਹੇਠ ਦਿੱਤੇ ਵਿੱਚੋਂ ਕਿਸ ਨੂੰ ਦੇਸ਼ ਬੰਧੂ ਵਜੋਂ ਜਾਣਿਆ ਜਾਂਦਾ ਹੈ? ਕਿਸ ਨੂੰ ਦੇਸ਼ ਬੰਧੂ ਵਜੋਂ ਜਾਣਿਆ ਜਾਂਦਾ ਹੈ? ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਜੀ, ਉਹ ਬਣ ਜਾਂਦਾ ਆਪਣੇ ਕੋਲੇ ਚਿਤਰੰਜਨ ਦਾਸ। ਚਿਤਰੰਜਨ ਦਾਸ ਨੂੰ ਦੇਸ਼ ਬੰਧੂ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਰਿਵਰਸ ਵਾਜ਼ ਨੋਨ ਐਜ਼ ਪੁਰਸ਼ਨੀ ਇਨ ਦੀ ਵੈਦਿਕ ਪੀਰੀਅਡ। ਤਾਂ ਹੇਠ ਲਿਖੀਆਂ ਨਦੀਆਂ ਵਿੱਚੋਂ ਕਿਹੜੀ ਨਦੀ ਨੂੰ ਵੈਦਿਕ ਕਾਲ ਵਿੱਚ ਪੁਰਸ਼ਨੀ ਵਜੋਂ ਜਾਣਿਆ ਜਾਂਦਾ ਸੀ? ਕਿਸ ਨਦੀ ਨੂੰ ਪੁਰਸ਼ਨੀ ਵਜੋਂ ਜਾਣਿਆ ਜਾਂਦਾ ਸੀ? ਰਾਵੀ ਨੂੰ, ਚਨਾਬ ਨੂੰ, ਸਤਲੁਜ ਨੂੰ, ਜਾਂ ਫਿਰ ਬਿਆਸ ਨੂੰ?
ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਬਣੇਗਾ ਜੀ ਰਾਵੀ ਨਦੀ। ਤਾਂ ਰਾਵੀ ਨਦੀ ਨੂੰ ਵੈਦਿਕ ਕਾਲ ਦੇ ਵਿੱਚ ਪੁਰੁਸ਼ਨੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵੈਨ ਵਾਜ਼ ਦੀ ਬੈਟਲ ਆਫ ਕਨੌਜ ਫਾਈਟ। ਤਾਂ ਕਨੌਜ ਦੀ ਲੜਾਈ ਜਿਹੜੀ ਸੀਗੀ ਕਦੋਂ ਲੜੀ ਗਈ ਸੀ? ਕਨੌਜ ਦੀ ਲੜਾਈ ਜਿਹੜੀ ਸੀ ਉਹ ਕਦੋਂ ਲੜੀ ਗਈ ਸੀ? 1540 ਦੇ ਵਿੱਚ, 1524 ਦੇ ਵਿੱਚ, ਜਾਂ ਫਿਰ 1556 ਦੇ ਵਿੱਚ, ਜਾਂ ਫਿਰ 1536 ਦੇ ਵਿੱਚ। ਤਾਂ ਇਹਨਾਂ ਵਿੱਚੋਂ ਕਿਹੜੇ ਸਾਲ ਦੇ ਵਿੱਚ ਜਿਹੜੀ ਸੀ ਕਨੌਜ ਦੀ ਲੜਾਈ ਲੜੀ ਗਈ ਸੀ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਆਉਂਦਾ 1540 ਦੇ ਵਿੱਚ ਜਿਹੜੀ ਸੀ ਕਨੌਜ ਦੀ ਲੜਾਈ ਲੜੀ ਗਈ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਕੌਂਸਟੀਟਿਊਐਂਟ ਅਸੈਂਬਲੀ ਵਾਜ਼ ਸੈਟ ਅਪ ਅੰਡਰ ਦੀ ਰਿਕਮੈਂਡੇਸ਼ਨ ਆਫ। ਤਾਂ ਡੈਸ਼ ਦੀ ਸਿਫਾਰਿਸ਼ ਤਹਿਤ ਸੰਵਿਧਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ। ਸੰਵਿਧਾਨ ਸਭਾ ਦੀ ਸਥਾਪਨਾ ਜਿਹੜੀ ਸੀਗੀ ਉਹ ਕਿਸ ਦੀ ਸਿਫਾਰਿਸ਼ ਤੇ ਕੀਤੀ ਗਈ ਸੀ? ਡਾਕਟਰ ਬੀ ਆਰ ਅੰਬੇਦਕਰ ਦੀ ਸਿਫਾਰਿਸ਼ ਤੇ, ਜਾਂ ਫਿਰ ਕ੍ਰਿਪਸ ਮਿਸ਼ਨ ਤੇ, ਜਾਂ ਫਿਰ ਮਹਾਤਮਾ ਗਾਂਧੀ, ਜਾਂ ਫਿਰ ਕੈਬਨਿਟ ਮਿਸ਼ਨ ਪਲਾਨ। ਕੈਬਨਿਟ ਮਿਸ਼ਨ ਪਲਾਨ। ਤਾਂ ਆਪਣੇ ਕੋਲੇ ਆਨਸਰ ਜਿਹੜਾ ਇਹਦਾ ਬਣ ਜਾਂਦਾ ਉਹ ਰਾਈਟ ਬਣਦਾ ਜੀ ਕੈਬਨਿਟ ਮਿਸ਼ਨ ਪਲਾਨ। ਤਾਂ ਕੈਬਨਿਟ ਮਿਸ਼ਨ ਪਲਾਨ ਦੀ ਜਿਹੜੀ ਸੀਗੀ ਸਿਫਾਰਿਸ਼ ਤੇ ਜਿਹੜੀ ਸੀ ਆਪਣੇ ਕੋਲੇ ਸੰਵਿਧਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ। ਤਾਂ ਕੈਬਨਿਟ ਮਿਸ਼ਨ ਪਲਾਨ ਜਿਹੜਾ ਸੀਗਾ ਇਹ ਇੰਡੀਆ ਦੇ ਵਿੱਚ ਕਦੋਂ ਆਇਆ? ਇਹ ਆਇਆ ਸੀ 1946 ਦੇ ਵਿੱਚ। ਕਾਹਦੇ ਲਈ ਆਇਆ ਸੀ? ਇੰਡੀਆ ਦਾ ਸੰਵਿਧਾਨ ਬਣਾਉਣ ਦੇ ਲਈ। ਜਦੋਂ 1946 ਦੇ ਵਿੱਚ ਆਇਆ ਔਰ ਇਸ ਨੇ ਆਉਂਦੇ ਹੀ ਕੀ ਕੀਤਾ, ਸੰਵਿਧਾਨ ਬਣਾਉਣ ਦੇ ਲਈ ਤਾਂ ਆਪਾਂ ਨੂੰ ਇੱਕ ਸਭਾ ਚਾਹੀਦੀ ਹੋਊਗੀ, ਪਹਿਲਾਂ ਤਾਂ ਉਹਦੇ ਲਈ ਬੰਦੇ ਚਾਹੀਦੇ ਹੋਣਗੇ ਜਿਹੜੇ ਕਿ ਉਹਨਾਂ ਨੇ ਚੁਣੇ ਸੀ ਵੀ ਆਹ ਕੀ ਕਰਨਗੇ, ਇਸ ਦੇ ਵਿੱਚ ਕੰਮ ਕਰਨਗੇ। ਤਾਂ ਸੰਵਿਧਾਨ ਬਣਾਉਣ ਦੇ ਲਈ ਉਹਨਾਂ ਨੇ ਪਹਿਲਾਂ ਕੀ ਕੀਤੀ, ਇੱਕ ਸੰਵਿਧਾਨ ਸਭਾ ਬਣਾਈ। ਸੰਵਿਧਾਨ ਸਭਾ ਬਣਾਈ ਜਿਹੜੀ ਕਿ 1946 ਦੇ ਵਿੱਚ ਆ ਕੇ ਉਹਨੇ 1947 ਦੇ ਵਿੱਚ ਇੱਕ ਸੰਵਿਧਾਨ ਸਭਾ ਬਣਾਈ ਔਰ 1947 ਦੇ ਵਿੱਚ ਹੀ ਆਪਣਾ ਸੰਵਿਧਾਨ ਜਿਹੜਾ ਸੀਗਾ ਉਸ ਨੂੰ ਬਣਾਉਣਾ ਸ਼ੁਰੂ ਕੀਤਾ ਔਰ ਉਹਦਾ ਪਹਿਲਾ ਖਰੜਾ ਤਿਆਰ ਕੀਤਾ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ, ਕਿਉਂਕਿ ਅਗਰ ਤੁਸੀਂ ਕਿਸੇ ਵੀ ਪੇਪਰ ਪੰਜਾਬ ਦੇ ਗੌਰਮੈਂਟ ਜੋਬ ਜਿਹੜੀਆਂ ਕਿ ਪੰਜਾਬ ਦੇ ਲੈਵਲ ਤੇ ਆਉਂਦੀਆਂ ਨੇ ਜਾਂ ਫਿਰ ਕਿਸੇ ਵੀ ਐਸਐਸਸੀ ਲੈਵਲ ਦੀ ਜੀਕੇ ਜੀਐਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਤੱਕ ਵੀ ਇਸ ਦੀ ਜਾਣਕਾਰੀ ਪਹੁੰਚ ਸਕੇ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਔਰ। ਇਨ ਵਿਚ ਡਿਸਟ੍ਰਿਕਟ ਇਜ਼ ਚੌਰੀ ਚੌਰਾ ਸਿਚੁਏਟਡ। ਤਾਂ ਚੌਰੀ ਚੌਰਾ ਕਿਸ ਜ਼ਿਲ੍ਹੇ ਨਾਲ ਵਿੱਚ ਸਥਿਤ ਹੈ? ਤਾਂ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਇਹੀ ਜਿਹੜਾ ਮੈਂ ਤੁਹਾਨੂੰ ਪਿਛਲਾ ਕੁਐਸਚਨ ਪੜ੍ਹਾਇਆ ਸੀਗਾ ਕਿ ਜਿਹੜਾ ਸੀਗਾ ਆਪਣੇ ਕੋਲ ਨਾਨ ਕੋਆਪਰੇਸ਼ਨ ਮੂਵਮੈਂਟ ਸੀਗਾ ਉਹ 1922 ਦੇ ਵਿੱਚ ਉਹਨੂੰ ਖਤਮ ਕਰ ਦਿੱਤਾ ਗਿਆ ਸੀ। ਤਾਂ ਉਹ ਕੀ ਹੈਗਾ, ਉਹ ਇਸੇ ਦੇ ਨਾਲ ਰਿਲੇਟਡ ਹੈ। ਜਿਹੜਾ ਸੀਗਾ 1922 ਦਾ ਜਿਹੜਾ ਸੀਗਾ ਨਾਨ ਕੋਆਪਰੇਸ਼ਨ ਮੂਵਮੈਂਟ ਖਤਮ ਕੀਤਾ ਗਿਆ ਸੀ ਉਹ ਇਸੇ ਚੌਰੀ ਚੌਰਾ ਸਿਚੁਏਟਡ ਕਰਕੇ ਖਤਮ ਕੀਤਾ ਗਿਆ ਸੀ, ਕਿਉਂਕਿ ਇਸੇ ਚੌਰੀ ਚੌਰਾ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਨੂੰ ਲੋਕਾਂ ਦੁਆਰਾ ਅੱਗ ਲਗਾ ਦਿੱਤੀ ਗਈ ਸੀ। ਕਿਹਦੇ ਦੁਆਰਾ? ਪਿੰਡ ਦੇ ਲੋਕਾਂ ਦੁਆਰਾ ਅੱਗ ਲਗਾ ਦਿੱਤੀ ਗਈ ਸੀ ਇੱਕ ਪੁਲਿਸ ਸਟੇਸ਼ਨ ਨੂੰ, ਜਿਸ ਦੇ ਕਾਰਨ ਜਿਹੜਾ ਸੀਗਾ ਗਾਂਧੀ ਜੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਖਤਮ ਕਰ ਦਿੱਤਾ ਸੀਗਾ। ਤਾਂ ਇਹ ਚੌਰੀ ਚੌਰਾ ਜਿਹੜਾ ਹੈਗਾ ਇਹ ਕਿੱਥੇ ਸਿਚੁਏਟਡ ਹੈ? ਇਹ ਆਪਣੇ ਕੋਲ ਕਿੱਥੇ ਹੈ ਜੀ? ਇਸ ਦਾ ਜੋ ਆਪਣੇ ਕੋਲ ਆਨਸਰ ਬਣਦਾ ਹੈ ਗੋਰਖਪੁਰ। ਤਾਂ ਗੋਰਖਪੁਰ ਜੋ ਹੈ ਇੱਥੇ ਚੌਰੀ ਚੌਰਾ ਜਿਹੜਾ ਹੈਗਾ ਸਿਚੁਏਟਡ ਹੈ। ਤਾਂ ਗੋਰਖਪੁਰ ਵੀ ਕਿੱਥੇ ਪੈ ਜਾਂਦਾ ਆਪਾਂ ਨੂੰ? ਇਹ ਪੈਂਦਾ ਆਪਣੇ ਕੋਲੇ ਯੂਪੀ ਦੇ ਵਿੱਚ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਹੂ ਵਾਸ ਕਿਲਡ ਬਾਈ ਊਧਮ ਸਿੰਘ ਇਨ ਲੰਡਨ। ਤਾਂ ਲੰਡਨ ਵਿੱਚ ਊਧਮ ਸਿੰਘ ਨੇ ਕਿਸ ਨੂੰ ਮਾਰਿਆ ਸੀ? ਤਾਂ ਇਸ ਦੇ ਵਿੱਚ ਦੋ ਜਿਹੜੀਆਂ ਜੋ ਆਪਣੇ ਕੋਲ ਆਪਸ਼ਨ ਨੇ ਨਾ ਉਹ ਕਨਫਿਊਜ਼ਨ ਦਿੰਦੀਆਂ ਕਈ ਵਾਰ ਕਿਸੇ ਨੂੰ, ਕਿ ਇੱਕ ਸੀ ਜਨਰਲ ਡਾਇਰ ਔਰ ਦੂਸਰਾ ਸੀ ਜਨਰਲ ਮਾਈਕਲ ਡਾਇਰ। ਤਾਂ ਜਨਰਲ ਡਾਇਰ ਜੋ ਸੀਗਾ ਉਸ ਸਮੇਂ ਦਾ ਇਹ ਆਰਮੀ ਦਾ ਜਿਹੜਾ ਸੀਗਾ ਜਨਰਲ ਸੀਗਾ, ਠੀਕ ਹੈ, ਔਰ ਜਿਹੜਾ ਸੀਗਾ ਮਾਈਕਲ ਡਾਇਰ ਇਹ ਉਸ ਸਮੇਂ ਦਾ ਗਵਰਨਰ ਸੀਗਾ। ਔਰ ਜੋ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਦਾ ਆਰਡਰ ਦਿੱਤਾ ਸੀ ਉਹ ਦਿੱਤਾ ਗਿਆ ਸੀਗਾ ਜਨਰਲ ਡਾਇਰ ਦੁਆਰਾ, ਠੀਕ ਹੈ। ਔਰ ਊਧਮ ਸਿੰਘ ਲੰਡਨ ਮਾਰਨ ਦੇ ਲਈ ਵੀ ਇਸੇ ਨੂੰ ਗਿਆ ਸੀ ਜਨਰਲ ਡਾਇਰ ਨੂੰ। ਪਰ ਜਨਰਲ ਡਾਇਰ ਕੀ ਹੁੰਦਾ, ਜਦੋਂ ਲੰਡਨ ਊਧਮ ਸਿੰਘ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਜਨਰਲ ਡਾਇਰ ਦੀ ਤਾਂ ਕੀ ਹੁੰਦੀ ਹੈ, ਪਹਿਲਾਂ ਹੀ ਮੌਤ ਹੋ ਚੁੱਕੀ ਹੁੰਦੀ ਹੈ। ਤਾਂ ਕੀ ਕਰਦਾ ਹੈ, ਉਸ ਤੋਂ ਇੱਕ ਸਭਾ ਦੇ ਵਿੱਚ ਉਸ ਨੂੰ ਕੌਣ ਮਿਲਦਾ ਹੈ ਜੀ? ਉੱਥੇ ਉਸ ਨੂੰ ਇੱਕ ਸਭਾ ਦੇ ਵਿੱਚ ਮਿਲਦਾ ਮਾਈਕਲ ਔਡਵਾਇਰ, ਸਰ ਮਾਈਕਲ ਔਡਵਾਇਰ। ਤਾਂ ਲੰਡਨ ਦੇ ਵਿੱਚ ਜਾ ਕੇ ਊਧਮ ਸਿੰਘ ਕਿਸ ਨੂੰ ਮਾਰਦਾ ਹੈ? ਮਾਈਕਲ ਔਡਵਾਇਰ ਨੂੰ ਮਾਰਦਾ ਹੈ। ਤਾਂ ਇੱਥੇ ਆਪਣਾ ਜੋ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲੇ ਬਣ ਜਾਂਦਾ ਹੈ ਸਰ ਮਾਈਕਲ ਔਡਵਾਇਰ, ਜਿਸ ਨੂੰ ਊਧਮ ਸਿੰਘ ਨੇ ਲੰਡਨ ਦੇ ਵਿੱਚ ਮਾਰਿਆ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਇਨ ਦੀ ਕੇਸ ਆਫ ਡੈਡਲੌਕ ਬਿਟਵੀਨ ਦੀ ਟੂ ਹਾਊਸਿਸ ਆਫ ਦੀ ਪਾਰਲੀਮੈਂਟ ਦੀ ਜੁਆਇੰਟ ਸਿਟਿੰਗ ਇਜ਼ ਪ੍ਰੋਸੀਡਡ ਓਵਰ ਬਾਈ ਟਾਈਮ। ਤਾਂ ਸੰਸਦ ਦੇ ਦੋਵਾਂ ਸਦਨਾਂ ਦੇ ਵਿਚਕਾਰ ਇੱਕ ਡੈਡਲੌਕ ਦੀ ਸਥਿਤੀ ਵਿੱਚ ਸਾਂਝੀ ਬੈਠਕ ਦੀ ਪ੍ਰਧਾਨਗੀ
ਹੇਠ ਲਿਖੇ ਦੁਆਰਾ ਕੀਤੀ ਜਾਂਦੀ ਹੈ? ਪ੍ਰੈਜ਼ੀਡੈਂਟ ਦੁਆਰਾ, ਵਾइस ਪ੍ਰੈਜ਼ੀਡੈਂਟ ਦੁਆਰਾ, ਸਪੀਕਰ ਆਫ ਲੋਕ ਸਭਾ ਜਾਂ ਫਿਰ ਮੈਂਬਰ ਆਫ ਦੀ ਲੋਕ ਸਭਾ ਸਪੈਸੀਫਿਕਲੀ ਇਲੈਕਟਡ ਫॉर ਦੀ ਪਰਪਸ। ਕੀ ਕਹਿੰਦੇ ਕਿ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਪ੍ਰਧਾਨਗੀ, ਜਾਂ ਫਿਰ ਉਪ ਰਾਸ਼ਟਰਪਤੀ ਦੁਆਰਾ, ਜਾਂ ਫਿਰ ਲੋਕ ਸਭਾ ਦੇ ਸਪੀਕਰ ਦੁਆਰਾ, ਜਾਂ ਫਿਰ ਕਹਿੰਦੇ ਵੀ ਇੱਕ ਉਹਨਾਂ ਦੁਆਰਾ ਚੁਣਿਆ ਹੋਇਆ ਮੈਂਬਰ ਜਿਹੜਾ ਕਿ ਲੋਕ ਸਭਾ ਦਾ ਹੋਊਗਾ ਉਹ ਉਸ ਦੀ ਪ੍ਰਧਾਨਗੀ ਕਰੂਗਾ ਕਿ ਉਸ ਦੇ ਦੁਆਰਾ ਕੀਤੀ ਜਾਂਦੀ ਹੈ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣਦਾ ਹੈ ਉਹ ਬਣਦਾ ਹੈ ਸਪੀਕਰ ਆਫ ਲੋਕ ਸਭਾ। ਤਾਂ ਕਦੋਂ ਵੀ ਜਦੋਂ ਵੀ ਜਿਹੜੀ ਹੈਗੀ ਆ ਆਪਣੇ ਕੋਲੇ ਸਿਟਿੰਗ ਬਿਠਾਈ ਜਾਏਗੀ, ਜੁਆਇੰਟ ਸਿਟਿੰਗ ਬਿਠਾਈ ਜਾਏਗੀ, ਤਾਂ ਉਸ ਦੀ ਪ੍ਰਧਾਨਗੀ ਕੌਣ ਕਰੇਗਾ? ਉਸ ਦੀ ਪ੍ਰਧਾਨਗੀ ਆਪਣੇ ਕੋਲ ਕੌਣ ਕਰੇਗਾ? ਲੋਕ ਸਭਾ ਦਾ ਸਪੀਕਰ ਹੀ ਕਰੇਗਾ। ਇੱਕ ਕੁਐਸਚਨ ਇਹਦੇ ਵਿੱਚ ਹੋਰ ਬਣ ਕੇ ਆਉਂਦਾ ਹੈ ਕਿ ਜਿਹੜੀ ਹੁੰਦੀ ਹੈ ਸਾਂਝੀ ਬੈਠਕ ਹੁੰਦੀ ਹੈ ਡੈਡਲੌਕ ਸਥਿਤੀ ਦੇ ਵਿੱਚ, ਸਾਂਝੀ ਬੈਠਕ ਯਾਨੀ ਕਿ ਜੁਆਇੰਟ ਸਿਟਿੰਗ, ਤਾਂ ਉਸ ਨੂੰ ਸ਼ੁਰੂ ਕੌਣ ਕਰਦਾ ਹੈ ਜਾਂ ਫਿਰ ਉਸ ਦੇ ਲਈ ਸੰਮਣ ਕੌਣ ਭੇਜਦਾ, ਸੱਦਾ ਕੌਣ ਭੇਜਦਾ? ਤਾਂ ਉਹ ਆਪਣੇ ਕੋਲ ਕੌਣ ਭੇਜਦਾ ਹੁੰਦਾ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਹੀ ਇਸ ਦੇ ਲਈ ਸੱਦਾ ਭੇਜਦਾ, ਪ੍ਰੈਜ਼ੀਡੈਂਟ ਹੀ ਇਸ ਮੀਟਿੰਗ ਨੂੰ ਬਿਠਾਉਂਦਾ ਹੈ, ਪ੍ਰੈਜ਼ੀਡੈਂਟ ਹੀ ਇਸ ਮੀਟਿੰਗ ਦੀ ਸ਼ੁਰੂਆਤ ਕਰਦਾ ਹੈ, ਬਟ ਉਸ ਤੋਂ ਬਾਅਦ ਜਿਹੜੀ ਹੁੰਦੀ ਹੈ ਉਸ ਦੀ ਪ੍ਰਧਾਨਗੀ ਕੌਣ ਕਰਦਾ ਹੈ? ਉਹ ਕਰਦਾ ਹੈ ਸਪੀਕਰ ਆਫ ਲੋਕ ਸਭਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਤਾਨਾਸ਼ਾਹੀ ਸੰਭਵ ਹੈ? ਤਾਂ ਤਾਨਾਸ਼ਾਹੀ ਜਿਹੜੀ ਸੰਭਵ ਹੈ ਕਦੋਂ, ਮਤਲਬ ਕਿ ਡਿਸਪੋਟਿਜ਼ਮ ਇਜ਼ ਦੀ ਪੋਸੀਬਲ ਇਨ, ਤਾਨਾਸ਼ਾਹੀ ਕਦੋਂ ਸੰਭਵ ਹੈ? 1 ਪਾਰਟੀ ਸਟੇਟ, 2 ਪਾਰਟੀ ਸਟੇਟ, ਮਲਟੀ ਪਾਰਟੀ ਸਟੇਟ ਜਾਂ ਫਿਰ 2 ਐਂਡ ਮਲਟੀ ਪਾਰਟੀ ਸਟੇਟ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੋ ਸਕਦੀ ਹੈ ਕਿ ਜਿਸ ਦੇ ਕਾਰਨ ਤਾਨਾਸ਼ਾਹੀ ਸੰਭਵ ਹੋ ਸਕਦੀ ਹੈ? ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣੇਗਾ ਉਹ ਬਣੇਗਾ 1 ਪਾਰਟੀ ਸਟੇਟ। ਤਾਂ 1 ਪਾਰਟੀ ਸਟੇਟ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਜ਼ਿਲ੍ਹੇ ਦੇ ਵਿੱਚ, ਠੀਕ ਹੈ, ਕੀ ਹੈਗਾ ਹੈ, ਇੱਕੋ ਹੀ ਪਾਰਟੀ ਦੇ MLAs ਨੇ, ਠੀਕ ਹੈ, MLAs ਨੇ, MPs ਨੇ, ਕਿ ਇੱਕੋ ਹੀ ਪਾਰਟੀ ਦੇ MLAs ਨੇ ਸਾਰੇ, ਠੀਕ ਹੈ, ਪੂਰੇ ਦੇ ਪੂਰੇ ਇੰਡੀਆ ਦੇ ਵਿੱਚ ਹਰੇਕ ਸਟੇਟ ਦੇ ਵਿੱਚ MLA ਕੀ ਨੇ? ਉਸੇ ਪਾਰਟੀ ਦੇ ਨੇ, MP ਵੀ ਉਸੇ ਪਾਰਟੀ ਦੇ ਨੇ, ਮਤਲਬ ਕਿ ਪੂਰਾ ਦਾ ਪੂਰਾ ਹਰੇਕ ਸਟੇਟ ਦੇ ਉੱਪਰ ਕਿਹਦਾ ਰਾਜ ਚੱਲ ਰਿਹਾ ਹੈ? ਸਿਰਫ ਇੱਕ ਪਾਰਟੀ ਦਾ ਚੱਲ ਰਿਹਾ। ਤਾਂ ਉਦੋਂ ਤਾਨਾਸ਼ਾਹੀ ਸੰਭਵ ਹੋ ਸਕਦੀ ਹੈ, ਕਿਉਂਕਿ ਜਦੋਂ ਪੂਰੇ ਇੰਡੀਆ 'ਤੇ ਇੱਕ ਜਿਹੜਾ ਹੈਗਾ ਆਪਣੇ ਕੋਲੇ ਪਾਰਟੀ ਦਾ ਰਾਜ ਚੱਲ ਰਿਹਾ ਤਾਂ ਫਿਰ ਉਹ ਆਪਣੀ ਤਾਨਾਸ਼ਾਹੀ ਤਾਂ ਕਰੇਗੀ, ਆਪਣੀ ਮਰਜ਼ੀ ਨਾਲ ਕੰਮ ਤਾਂ ਕਰੇਗੀ ਹੀ ਕਰੇਗੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਮੈਡੀਵਲ ਰੂਲਰ ਆਫ ਇੰਡੀਆ ਸਟਾਰਟਡ ਦੀ ਏਕਤਾ ਸਿਸਟਮ? ਭਾਰਤ ਦੇ ਕਿਸ ਮੱਧਕਾਲੀਨ ਸ਼ਾਸਕ ਨੇ ਏਕਤਾ ਪ੍ਰਣਾਲੀ ਸ਼ੁਰੂ ਕੀਤੀ ਸੀ? ਅਕਬਰ ਨੇ, ਇਲਤੁਤਮਿਸ਼ ਨੇ, ਅਲਾਉਦੀਨ ਖਿਲਜੀ ਨੇ ਜਾਂ ਫਿਰ ਬਲਬਨ ਨੇ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣਦਾ ਹੈ ਉਹ ਬਣਦਾ ਹੈ ਇਲਤੁਤਮਿਸ਼। ਤਾਂ ਇਲਤੁਤਮਿਸ਼ ਦੁਆਰਾ ਕੀ ਸੀਗੀ ਮੱਧਕਾਲੀਨ, ਇਲਤੁਤਮਿਸ਼ ਇੱਕ ਮੱਧਕਾਲੀਨ ਸ਼ਾਸਕ ਸੀਗਾ ਜਿਸ ਦੇ ਦੁਆਰਾ ਏਕਤਾ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਕੌਨਸਟੀਟਿਊਸ਼ਨਲ ਸਟੇਟਸ ਹੈਜ਼ ਬੀਨ ਗਿਵਨ ਟੂ ਪੰਚਾਇਤ ਅੰਡਰ ਆਰਟੀਕਲ? ਤਾਂ ਧਾਰਾ ਤਹਿਤ ਪੰਚਾਇਤਾਂ ਦਾ ਸੰਵਿਧਾਨਕ ਦਰਜਾ ਦਿੱਤਾ ਗਿਆ ਹੈ। ਮਤਲਬ ਕਿ ਇਸ ਕੁਐਸਚਨ ਦਾ ਮਤਲਬ ਕੀ ਬਣਦਾ ਹੈ ਕਿ ਜਿਹੜੀਆਂ ਪੰਚਾਇਤਾਂ ਨੇ ਆਪਣੇ ਕੋਲ, ਠੀਕ ਹੈ, ਸੰਵਿਧਾਨ ਸਭਾ ਜਿਹੜੀ ਆਪਣੀ ਸੰਵਿਧਾਨ ਦੇ ਵਿੱਚ ਪੰਚਾਇਤਾਂ ਨੂੰ ਜਿਹੜਾ ਦਰਸਾਇਆ ਗਿਆ ਹੈ ਉਹ ਕਿਸ ਆਰਟੀਕਲ ਦੇ ਅੰਦਰ ਦਰਸਾਇਆ ਗਿਆ ਹੈ? ਪੰਚਾਇਤਾਂ ਜਿਹੜੀਆਂ ਆਪਣੇ ਕੋਲ ਕਿਸ ਆਰਟੀਕਲ ਦੇ ਅੰਦਰ ਆਉਂਦੀਆਂ ਨੇ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਆਰਟੀਕਲ ਨੰਬਰ 243 ਦੇ ਅੰਦਰ ਆਪਣੇ ਕੋਲ ਪੰਚਾਇਤਾਂ ਨੇ। ਆਰਟੀਕਲ ਨੰਬਰ 243 ਦੇ ਅੰਦਰ ਆਪਾਂ ਨੂੰ ਪੰਚਾਇਤਾਂ ਦੇਖਣ ਨੂੰ ਮਿਲਦੀਆਂ। ਤਾਂ ਨੈਕਸਟ ਕੁਐਸਚਨ ਹੈ, the position of the vice president of India resembles to the great extent the position of the vice president of? ਤਾਂ ਕੀ ਹੋਇਆ ਕਿ ਭਾਰਤ ਦੇ ਉਪ ਰਾਸ਼ਟਰਪਤੀ ਦੀ ਸਥਿਤੀ ਬਹੁਤ ਹੱਦ ਤੱਕ ਉਪ ਰਾਸ਼ਟਰਪਤੀ ਦੀ ਸਥਿਤੀ ਨਾਲ ਮਿਲਦੀ ਹੈ। ਤਾਂ ਉਹ ਹੋਰ ਕਿਹੜਾ ਦੇਸ਼ ਹੈ ਜਿਸ ਦੇ ਨਾਲ ਭਾਰਤ ਦੇ ਉਪ ਰਾਸ਼ਟਰਪਤੀ ਦੀ ਸਥਿਤੀ ਉਸ ਦੇਸ਼ ਦੇ ਉਪ ਰਾਸ਼ਟਰਪਤੀ ਦੀ ਸਥਿਤੀ ਨਾਲ ਮਿਲਦੀ ਹੈ? USA, ਰਸ਼ੀਆ, ਇਟਲੀ ਜਾਂ ਫਿਰ ਨਿਊਜ਼ੀਲੈਂਡ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਬਣੇਗਾ USA, ਕਿਉਂਕਿ ਜਿਹੜੀ ਵਾइस ਪ੍ਰੈਜ਼ੀਡੈਂਟ ਦੀ ਉਪ ਰਾਸ਼ਟਰਪਤੀ ਦੀ ਜਿਹੜੀ ਹੈਗੀ ਹੈ ਪਦਵੀ ਹੈਗੀ ਹੈ, ਸੀਟ ਹੈਗੀ ਹੈ, ਪੋਜੀਸ਼ਨ ਹੈਗੀ ਹੈ, ਉਹ ਵੀ ਆਪਾਂ ਕਿੱਥੋਂ ਲਈ ਹੈ? USA ਤੋਂ ਲਈ ਹੈ। ਅਤੇ ਜਿੱਥੋਂ ਆਪਾਂ ਲਈ ਹੈ ਫਿਰ ਉਸ ਦੇ ਨਾਲ ਮਿਲਦੀ ਜੁਲਦੀ ਤਾਂ ਹੋਊਗੀ। ਤਾਂ ਇਸ ਲਈ ਕਿਹਦੇ ਨਾਲ ਮਿਲਦੀ ਜੁਲਦੀ ਹੈ? USA ਦੇ ਨਾਲ, ਕਿਉਂਕਿ ਜਿਹੜੀ ਵਾइस ਪ੍ਰੈਜ਼ੀਡੈਂਟ ਦੀ ਆਪਾਂ ਪੋਜੀਸ਼ਨ ਹੈ ਉਹ ਕਿੱਥੋਂ ਲਈ ਹੈ? ਉਹ ਆਪਾਂ USA ਤੋਂ ਲਈ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਅਪਾਇੰਟਮੈਂਟਸ ਇਜ਼ not made by the President of India? ਤਾਂ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਨਿਯੁਕਤੀਆਂ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਹੀਂ ਕੀਤੀਆਂ ਜਾਂਦੀਆਂ ਹਨ? ਸਪੀਕਰ ਆਫ ਦੀ ਲੋਕ ਸਭਾ, ਚੀਫ ਜਸਟਿਸ ਆਫ ਇੰਡੀਆ, ਚੀਫ ਆਫ ਦੀ 에ਅਰ ਫੋਰਸ, ਚੀਫ ਆਫ ਦੀ ਆਰਮੀ?
ਤਾਂ ਰਾਸ਼ਟਰਪਤੀ ਦੁਆਰਾ ਨਹੀਂ ਕੀਤੀਆਂ ਜਾਂਦੀਆਂ ਇਹਨਾਂ ਵਿੱਚੋਂ ਕਿਹੜੀਆਂ ਨਿਯੁਕਤੀਆਂ ਨੇ ਭਾਰਤ ਦੀਆਂ। ਤਾਂ ਅਗਰ ਆਪਾਂ ਦੇਖੀਏ ਕਿ ਚੀਫ ਆਫ ਦੀ ਆਰਮੀ ਤਾਂ ਉਹ ਵੀ ਪ੍ਰੈਜ਼ੀਡੈਂਟ ਹੁੰਦਾ ਹੈ, ਚੀਫ ਆਫ ਦੀ ਏਅਰ ਫੋਰਸ ਉਹ ਵੀ ਪ੍ਰੈਜ਼ੀਡੈਂਟ ਹੁੰਦਾ ਹੈ, ਅਤੇ ਚੀਫ ਜਸਟਿਸ ਆਫ ਇੰਡੀਆ ਅਤੇ ਜਿਹੜਾ ਚੀਫ ਜਸਟਿਸ ਹੁੰਦਾ ਉਸਨੂੰ ਉਹ ਵੀ ਕਿਹਦੇ ਨਾਲ ਪ੍ਰੈਜ਼ੀਡੈਂਟ ਨਾਲ ਰਿਲੇਟਡ ਹੈ, ਕਿਉਂਕਿ ਉਹਨੂੰ ਸਹੁੰ ਉਹ ਚੁਕਾਉਂਦਾ, ਠੀਕ ਹੈ। ਪਰ ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਹੈ ਆਪਣੇ ਕੋਲ, ਜਿਹੜਾ ਕੀ ਹੁੰਦਾ ਹੈ ਲੋਕ ਸਭਾ ਦਾ ਸਪੀਕਰ ਹੁੰਦਾ ਹੈ, ਉਹ ਲੋਕ ਸਭਾ ਦੇ ਮੈਂਬਰਾਂ ਦੇ ਵਿੱਚੋਂ ਹੀ ਇੱਕ ਚੁਣਿਆ ਜਾਂਦਾ ਹੈ। ਉਸ ਦਾ ਪ੍ਰੈਜ਼ੀਡੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਨਾ ਉਸ ਨੂੰ ਪ੍ਰੈਜ਼ੀਡੈਂਟ ਅਪੋਇੰਟ ਕਰਦਾ ਹੈ ਨਾ ਉਸ ਨੂੰ ਚੁਣਦਾ ਹੈ। ਉਸ ਨੂੰ ਪ੍ਰੈਜ਼ੀਡੈਂਟ ਦੇ ਲੋਕ ਸਭਾ ਦੇ ਮੈਂਬਰਾਂ ਦੁਆਰਾ ਹੀ ਆਪਣੇ ਵਿੱਚੋਂ ਹੀ ਕਿਸੇ ਇੱਕ ਨੂੰ ਚੁਣਿਆ ਜਾਂਦਾ ਹੈ ਲੋਕ ਸਭਾ ਦਾ ਸਪੀਕਰ। ਤਾਂ ਆਪਣਾ ਜੋ ਰਾਈਟ ਆਨਸਰ ਬਣੇਗਾ ਸਪੀਕਰ ਆਫ ਲੋਕ ਸਭਾ। ਨੈਕਸਟ ਕੁਐਸਚਨ ਹੈ ਆਪਣੇ ਕੋਲ, the provision of contingency fund of the India as well as for each state has been made under। ਤਾਂ ਭਾਰਤ ਦੇ ਨਾਲ ਹਰੇਕ ਰਾਜ ਲਈ ਅਚਨਚੇਤ ਫੰਡ ਦਾ ਪ੍ਰਬੰਧ ਹੇਠ ਲਿਖੇ ਅਨੁਸਾਰ ਕੀਤਾ ਗਿਆ ਹੈ। ਤਾਂ ਕਿਸ ਦੇ ਅੰਡਰ ਜਿਹੜਾ ਹੈਗਾ ਆਪਣੇ ਕੋਲੇ ਕੰਟੀਜੈਂਸੀ ਫੰਡ ਆਉਂਦਾ ਇਸ ਦੇ ਵਿੱਚ ਆਰਟੀਕਲ ਨੰਬਰ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਏਗਾ ਉਹ ਆਪਣੇ ਕੋਲ ਬਣ ਜਾਏਗਾ ਆਰਟੀਕਲ ਨੰਬਰ 267। ਆਰਟੀਕਲ ਨੰਬਰ 267 ਜੋ ਹੈ ਉਹ ਆਪਣੇ ਕੋਲੇ ਉਸ ਦੇ ਅੰਦਰ ਕੀ ਆ ਜਾਂਦਾ, ਕੰਟੀਜੈਂਸੀ ਫੰਡ ਜਿਹੜਾ ਹੈ ਆਪਣੇ ਕੋਲੇ 267 ਨੰਬਰ ਆਰਟੀਕਲ ਦੇ ਵਿੱਚ ਆ ਜਾਂਦਾ ਹੈ। ਤਾਂ ਇਹ ਵੀ ਫੰਡ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਆਪਣੇ ਕੋਲ ਹੁੰਦਾ ਕੰਟੀਜੈਂਸੀ ਫੰਡ ਔਰ ਇੱਕ ਹੁੰਦਾ ਆਪਣੇ ਕੋਲੇ ਕੰਟੀਜੈਂਸ ਫੰਡ। ਇਹ ਦੋ ਤਰੀਕੇ ਦੇ ਹੁੰਦੇ ਆ, ਕੰਸੋਲੀਡੇਟਡ ਹੁੰਦਾ, ਇੱਕ ਹੁੰਦਾ ਕੰਟੀਜੈਂਸੀ ਫੰਡ ਔਰ ਇੱਕ ਹੁੰਦਾ ਕੰਸੋਲੀਡੇਟਡ ਫੰਡ। ਤਾਂ ਜਿਹੜਾ ਕੰਸੋਲੀਡੇਟਡ ਫੰਡ ਹੁੰਦਾ ਉਹ ਤਾਂ ਆਪਣੇ ਕੋਲ ਆਉਂਦਾ ਪਾਰਲੀਮੈਂਟ ਦੇ ਅੰਦਰ, ਜਿਸ ਦੇ ਦੁਆਰਾ ਤਨਖਾਹਾਂ ਭੱਤੇ ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਪੈਸੇ ਜਿਹੜੇ ਵੀ ਹੁੰਦੇ ਨੇ ਕਿਸੇ ਵੀ ਦਿੱਤੇ ਜਾਂਦੇ ਨੇ। ਅਤੇ ਕੰਟੀਜੈਂਸੀ ਫੰਡ ਜਿਹੜਾ ਹੁੰਦਾ ਇਹ ਆਪਣਾ ਪ੍ਰੈਜ਼ੀਡੈਂਟ ਦੇ ਅੰਦਰ ਆਉਂਦਾ, ਇਸ ਨੂੰ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਆਪਣੇ ਅੰਦਰ ਰੱਖਦਾ, ਯੂਜ਼ ਕਰਦਾ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਸੈਕਿੰਡ ਬੁੱਧਿਸਟ ਕਾਉਂਸਲ ਵਾਜ਼ ਹੈਲਡ ਐਟ ਵਿਦ ਪਲੇਸ। ਤਾਂ ਦੂਜੀ ਬੋਧੀ ਪਰਿਸ਼ਦ ਕਿਸ ਸਥਾਨ 'ਤੇ ਆਯੋਜਿਤ ਕੀਤੀ ਗਈ ਸੀ। ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਵੈਸ਼ਾਲੀ। ਤਾਂ ਵੈਸ਼ਾਲੀ ਨਾਮ ਦੀ ਜਿਹੜੀ ਸੀਗੀ ਜਗ੍ਹਾ 'ਤੇ ਦੂਸਰੀ ਬੋਧੀ ਪਰਿਸ਼ਦ ਜਿਹੜੀ ਸੀ ਉਹ ਆਯੋਜਿਤ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਰੀਇੰਪੋਜ਼ਡ ਜਜੀਆ। ਤਾਂ ਜਜੀਆ ਦੁਬਾਰਾ ਕਿਸਨੇ ਲਗਾਇਆ, ਜਜੀਆ ਦੁਬਾਰਾ ਕਿਸਨੇ ਲਗਾਇਆ ਸੀ। ਤਾਂ ਜਜੀਆ ਕੀ ਸੀ, ਜਜੀਆ ਇੱਕ ਟੈਕਸ ਹੁੰਦਾ ਸੀ ਉਸ ਟਾਈਮ 'ਤੇ, ਜਜੀਆ ਨਾਮਕ ਇੱਕ ਟੈਕਸ ਹੁੰਦਾ ਸੀ, ਕਰ ਹੁੰਦਾ ਸੀ ਉਸ ਟਾਈਮ 'ਤੇ, ਜਿਹੜਾ ਕੀ ਕਹਿੰਦੇ ਦੁਬਾਰਾ ਕਿਸਨੇ ਲਗਾਇਆ ਸੀ, ਦੁਬਾਰਾ ਕਿਸਨੇ ਲਗਾਇਆ ਸੀ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਆਪਣੇ ਕੋਲ ਬਣ ਜਾਂਦਾ ਹੈ ਔਰੰਗਜ਼ੇਬ। ਤਾਂ ਔਰੰਗਜ਼ੇਬ ਦੁਆਰਾ ਜਜੀਆ ਜਿਹੜਾ ਸੀਗਾ ਉਹ ਦੁਬਾਰਾ ਲਗਾਇਆ ਗਿਆ ਸੀ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਆਪਣੇ ਕੋਲ ਹੈ ਟੋਡਰਮਲ ਵਾਜ਼ ਐਸੋਸੀਏਟਡ ਟੂ। ਤਾਂ ਟੋਡਰਮਲ ਨਾਲ ਸੰਬੰਧਿਤ ਹਨ। ਤਾਂ ਇਸ ਦੇ ਵਿੱਚ ਕੀ ਹੈ ਜੋ ਟੋਡਰਮਲ ਨਾਲ ਸੰਬੰਧਿਤ ਹੈ, ਲਾਅ, ਲੈਂਡ ਰੈਵਨਿਊ ਰਿਫੋਰਮਸ, ਲਿਟਰੇਚਰ ਜਾਂ ਫਿਰ ਮਿਊਜ਼ਿਕ। ਤਾਂ ਇਸ ਦਾ ਜੋ ਆਪਣੇ ਕੋਲ ਆਨਸਰ ਬਣਦਾ ਹੈ ਉਹ ਬਣਦਾ ਆਪਣੇ ਕੋਲ ਲੈਂਡ ਰੈਵਨਿਊ ਰਿਫੋਰਮ। ਮਤਲਬ ਕੀ ਹੋਇਆ ਕਿ ਜਿਹੜਾ ਲੈਂਡ ਰੈਵਨਿਊ ਰਿਫੋਰਮ ਹੈ ਉਹ ਕੌਣ ਚਲਾਉਂਦਾ ਸੀ, ਉਹ ਚਲਾਉਂਦਾ ਸੀ ਟੋਡਰਮਲ। ਔਰ ਟੋਡਰਮਲ ਕੌਣ ਸੀਗਾ, ਇਹ ਅਕਬਰ ਦੇ ਜਿਹੜੇ ਮਤਲਬ ਕਿ ਉਸਦੇ ਸ਼ਾਸਨ ਹੁੰਦੇ ਹਨ, ਨਾਲ ਬਹਿੰਦੇ ਹਨ ਉਹਦੇ ਕੰਮ ਕਰਨ ਵਾਲੇ, ਤਾਂ ਉਹਨਾਂ ਦੇ ਵਿੱਚੋਂ ਇੱਕ ਸੀ। ਟੋਡਰਮਲ ਜਿਹੜਾ ਸੀਗਾ ਅਕਬਰ ਦੇ 9 ਰਤਨਾਂ ਦੇ ਵਿੱਚੋਂ ਇੱਕ ਸੀ। ਟੋਡਰਮਲ ਜੋ ਸੀਗਾ ਅਕਬਰ ਦੇ 9 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਇਨ ਵਿਚ ਆਰਟੀਕਲ ਆਫ ਦੀ ਇੰਡੀਅਨ ਕੌਂਸਟੀਟਿਊਸ਼ਨ prescribes Hindi in Devanagari script as the official language of the Union। ਤਾਂ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਦੇਵਨਾਗਰੀ ਲਿਪੀ ਵਿੱਚ ਹਿੰਦੀ ਨੂੰ ਸੰਘ ਦੀ ਅਧਿਕਾਰਤ ਭਾਸ਼ਾ ਵਜੋਂ ਦਰਸਾਇਆ ਜਿਹੜਾ ਹੁੰਦਾ ਜਾਂਦਾ ਹੈ, ਕਿਸ ਦੇ ਵਜੋਂ ਦਰਸਾਇਆ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਆਪਣੇ ਕੋਲ ਨੈਸ਼ਨਲ ਲੈਂਗੁਏਜਸ ਨੇ ਆਪਣੀਆਂ, ਠੀਕ ਹੈ, ਇੰਡੀਆ ਦੀਆਂ, ਉਹ ਕਿਹੜੇ ਆਰਟੀਕਲ ਦੇ ਅੰਦਰ ਆਉਂਦੀਆਂ ਹਨ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਬਣ ਜਾਂਦਾ ਆਪਣੇ ਕੋਲ 343 ਨੰਬਰ ਜਿਹੜਾ ਹੈਗਾ ਆਰਟੀਕਲ, ਇਸ ਦੇ ਅੰਦਰ ਆਪਣੇ ਕੋਲ ਜਿਹੜੀਆਂ ਨੇ ਨੈਸ਼ਨਲ ਲੈਂਗੁਏਜਸ ਨੇ ਆਪਣੀਆਂ। ਨੈਕਸਟ ਕੁਐਸਚਨ ਹੈ,
The rule of passing resolution by 2/3 majority of total number of members of the House of Parliament is applicable in the case of ਤਾਂ ਸੰਸਦ ਦੇ ਸਦਨ ਦੇ ਕੁੱਲ ਮੈਂਬਰਾਂ ਦੀ 2/3 ਬਹੁਮਤ ਨਾਲ ਮਤਾ ਪਾਸ ਕਰਨ ਦਾ ਨਿਯਮ ਇਹਨਾਂ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ। ਤਾਂ ਇਹਨਾਂ ਦੇ ਵਿੱਚੋਂ ਕਿਸ ਜਿਹੜਾ ਹੁੰਦਾ ਕਿਹੜੇ ਮਾਮਲੇ ਨਾਲ ਸੰਬੰਧਿਤ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਦੇ ਨਾਲ ਸੰਬੰਧਿਤ ਹੈ ਕਿ ਜਿਹੜਾ ਕੀ ਹੁੰਦਾ ਹੈ 2/3 ਬਹੁਮਤ ਹੋਣੀ ਚਾਹੀਦੀ ਹੈ ਸੰਸਦ ਦੇ ਜਿਹੜੇ ਹੁੰਦੇ ਨੇ ਆਪਣੇ ਕੋਲੇ ਸਦਨ ਦੇ ਮੈਂਬਰਾਂ ਦੇ ਦੁਆਰਾ, ਮਤਲਬ ਜਿਹੜੇ ਟੋਟਲ ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੀ ਹੁੰਦੀ ਹੈ 2/3 ਬਹੁਮਤ ਹੋਣੀ ਚਾਹੀਦੀ ਹੈ ਵੀ ਇੰਨੇ ਮੈਂਬਰਾਂ ਨੇ ਉਸ ਬਿੱਲ ਨੂੰ ਜਾਂ ਕੋਈ ਵੀ ਚੀਜ਼ ਪਾਸ ਕੀਤੀ ਗਈ ਹੈ, ਠੀਕ ਹੈ, ਤਾਂ ਉਸ ਨੂੰ ਪਾਸ ਕਰਨ ਦੇ ਲਈ ਉਹਦੀ ਬਹੁਮਤ ਹੋਣੀ ਚਾਹੀਦੀ ਹੈ। ਨਹੀਂ ਤਾਂ ਉਹ ਇਹਨਾਂ ਨਾਲ ਕਿਸ ਤਰ੍ਹਾਂ ਨਾਲ ਰਿਲੇਟਡ ਹੈ। ਤਾਂ 2/3 ਬਹੁਮਤ ਜਿਹੜੀ 3 ਹੁੰਦੀ ਹੈ 2/3 ਬਹੁਮਤ ਹੁੰਦੀ ਹੈ ਉਹ ਸਿਰਫ ਇੱਕ ਦੇ ਲਈ ਚਾਹੀਦੀ ਹੁੰਦੀ ਹੈ। ਉਹ ਇਹਨਾਂ ਦੇ ਵਿੱਚੋਂ ਕੀ ਚੀਜ਼ ਹੈ ਜੀ, ਉਹ ਆਪਣੇ ਕੋਲੇ ਰਾਈਟ ਆਨਸਰ ਬਣਦਾ ਆਪਣੇ ਕੋਲੇ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਤਾਂ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਜਦੋਂ ਵੀ ਪ੍ਰੈਜ਼ੀਡੈਂਟ ਨੂੰ ਮਹਾਦੋਸ਼ ਦੁਆਰਾ ਹਟਾਇਆ ਜਾਂਦਾ ਹੈ ਤਾਂ ਉਸ ਸਮੇਂ 'ਤੇ ਸੰਸਦ ਦੇ 2/3 ਮੈਂਬਰਾਂ ਦੀ ਬਹੁਮਤ ਚਾਹੀਦੀ ਹੁੰਦੀ ਹੈ ਇਸ ਨੂੰ ਹਟਾਉਣ ਦੇ ਲਈ। ਤਾਂ ਪ੍ਰੈਜ਼ੀਡੈਂਟ ਨੂੰ ਜਿਹੜਾ ਕੀ ਹੈ ਹਟਾਇਆ ਜਾਂਦਾ ਹੈ, ਮਹਾਦੋਸ਼ ਦੀ ਲੱਗਦੀ ਹੈ, ਇੰਪੀਚਮੈਂਟ ਹੁੰਦੀ ਹੈ ਪ੍ਰੈਜ਼ੀਡੈਂਟ ਦੀ। ਉਹ ਕਿਹੜੇ ਆਰਟੀਕਲ ਦੇ ਅੰਦਰ ਹੁੰਦੀ ਹੈ, ਉਹ ਆਪਣੇ ਕੋਲ ਹੁੰਦੀ ਹੈ 61 ਨੰਬਰ ਆਰਟੀਕਲ ਦੇ ਅੰਦਰ। ਤਾਂ ਨੈਕਸਟ ਚੱਲਦੇ ਹਾਂ। ਇਨ ਵਿਚ ਕੇਸ ਡਿਡ ਦੀ ਸੁਪਰੀਮ ਕੋਰਟ ਰੀਸਟੋਰ ਦੀ ਪ੍ਰਾਇਮੇਸੀ ਆਫ ਦੀ ਫੰਡਾਮੈਂਟਲ ਰਾਈਟਸ ਓਵਰ ਦੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਤਾਂ ਕਿਸ ਕੇਸ ਵਿੱਚ ਸੁਪਰੀਮ ਕੋਰਟ ਨੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਉੱਤੇ ਮੌਲਿਕ ਅਧਿਕਾਰਾਂ ਦੀ ਪ੍ਰਮੁੱਖਤਾ ਨੂੰ ਬਹਾਲ ਕੀਤਾ ਸੀ। ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲੇ ਬਣਦਾ ਹੈ ਗੋਲਕਨਾਥ ਕੇਸ ਦੇ ਉੱਪਰ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਉੱਤੇ ਮੌਲਿਕ ਅਧਿਕਾਰਾਂ ਦੀ ਪ੍ਰਮੁੱਖਤਾ ਨੂੰ ਬਹਾਲ ਕੀਤਾ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, what is the minimum permissible age for employment in any factory or mine। ਤਾਂ ਕਿਸੇ ਵੀ ਫੈਕਟਰੀ ਜਾਂ ਫਿਰ ਖਾਣ ਵਿੱਚ ਰੁਜ਼ਗਾਰ ਲਈ ਘੱਟੋ ਘੱਟ ਆਗਿਆਯੋਗ ਉਮਰ ਕਿੰਨੀ ਹੁੰਦੀ ਹੈ? 12 ਸਾਲ, 14 ਸਾਲ, 16 ਸਾਲ ਜਾਂ ਫਿਰ 18 ਸਾਲ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਉਹ ਬਣਦਾ ਆਪਣੇ ਕੋਲੇ 14 ਸਾਲ। ਤਾਂ ਅਗਰ 14 ਸਾਲ ਤੋਂ ਘੱਟ ਦਾ ਕੋਈ ਵੀ ਬੱਚਾ ਕਿਸੇ ਵੀ ਖਾਣ ਜਾਂ ਫੈਕਟਰੀ ਦੇ ਵਿੱਚ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਉਹ ਸਜ਼ਾ ਦਾ ਹੱਕਦਾਰ ਹੁੰਦਾ ਹੈ ਜਿਹੜਾ ਉਸ ਤੋਂ ਉਹ ਕੰਮ ਕਰਵਾ ਰਿਹਾ ਹੈ। ਤਾਂ ਭਾਰਤ ਦੇ ਸੰਵਿਧਾਨ ਦੇ ਅੰਦਰ ਲਿਖਿਆ ਗਿਆ ਹੈ, ਕੀ ਲਿਖਿਆ ਗਿਆ ਹੈ ਕਿ 14 ਸਾਲ ਦੇ ਘੱਟ ਉਮਰ ਦੇ ਬੱਚੇ ਤੋਂ ਕੰਮ ਨਹੀਂ ਕਰਵਾ ਸਕਦਾ। ਅਗਰ ਕੋਈ ਵੀ 14 ਸਾਲ ਤੋਂ ਉੱਪਰ ਦੀ ਉਮਰ ਦਾ ਹੈ ਤਾਂ ਆਪਣੀ ਮਰਜ਼ੀ ਨਾਲ ਕੀ ਹੈਗਾ ਕੰਮ ਕਰ ਸਕਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਵਾਜ਼ ਦੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਡਿਊਰਿੰਗ ਦੀ ਰਿਵੋਲਟ ਆਫ 1857। ਤਾਂ 1857 ਦੇ ਵਿਦਰੋਹ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਕੌਣ ਸੀ? ਚਰਚਿਲ ਸੀ, ਪਾਲਮੇਰਸਟਨ ਸੀ, ਐਟਲੀ ਸੀ ਜਾਂ ਫਿਰ ਗਲੈਡਸਟੋਨ ਸੀ। ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣ ਜਾਂਦਾ ਹੈ ਉਹ ਬਣ ਜਾਂਦਾ ਹੈ ਪੈਲਮੇਰਸਟਨ। ਤਾਂ ਪੈਲਮੇਰਸਟਨ ਜੋ ਸੀਗਾ ਇਹ 1857 ਦੇ ਵਿਦਰੋਹ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਗਿਵ ਰਾਮ ਮੋਹਨ ਰਾਏ ਦੀ ਟਾਈਟਲ ਆਫ ਰਾਜਾ। ਤਾਂ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਖਿਤਾਬ ਜਿਹੜਾ ਸੀਗਾ ਉਹ ਕਿਸਨੇ ਦਿੱਤਾ ਸੀ? ਤਾਂ ਇਸ ਦਾ ਆਪਣੇ ਕੋਲ ਆਨਸਰ ਬਣ ਜਾਂਦਾ ਹੈ ਅਕਬਰ 2 ਦੁਆਰਾ ਜਿਹੜਾ ਸੀਗਾ ਉਹ ਰਾਜਾ ਰਾਮ ਮੋਹਨ ਰਾਏ ਜੀ ਨੂੰ ਰਾਜਾ ਦਾ ਖਿਤਾਬ ਦਿੱਤਾ ਗਿਆ ਸੀਗਾ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹਾਊ ਮੈਨੀ ਰਿਪਰੈਜ਼ੈਂਟੇਟਿਵਸ ਟੁੱਕ ਪਾਰਟ ਇਨ ਦੀ ਫਸਟ ਸੈਸ਼ਨ ਆਫ ਦੀ ਇੰਡੀਅਨ ਨੈਸ਼ਨਲ ਕਾਂਗਰਸ। ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸੈਸ਼ਨ ਵਿੱਚ ਕਿੰਨੇ ਨੁਮਾਇੰਦਿਆਂ ਨੇ ਭਾਗ ਲਿਆ ਸੀ? ਕਿੰਨੇ ਨੁਮਾਇੰਦਿਆਂ ਨੇ ਭਾਗ ਲਿਆ ਸੀ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਬਣਦਾ ਆਪਣੇ ਕੋਲ 72 72 ਨੁਮਾਇੰਦਿਆਂ ਨੇ ਜਿਹੜਾ ਸੀਗਾ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸੈਸ਼ਨ ਵਿੱਚ ਭਾਗ ਲਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਨੈਕਸਟ ਕੁਐਸਚਨ ਹੈ, ਇੰਡੀਆ ਬਿਕਮਸ ਅ ਸੋਵਰਜ਼ਨ ਡੈਮੋਕ੍ਰੇਟਿਕ ਐਂਡ ਰਿਪਬਲਿਕ ਔਨ। ਤਾਂ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣਿਆ ਸੀ, ਕਦੋਂ ਬਣਿਆ ਸੀ? 15 ਅਗਸਤ 1947 ਦੇ ਵਿੱਚ, 30 ਜਨਵਰੀ 1948 ਦੇ ਵਿੱਚ, 26 ਜਨਵਰੀ 1950 ਦੇ ਵਿੱਚ ਜਾਂ ਫਿਰ 26 ਨਵੰਬਰ 1929 ਦੇ ਵਿੱਚ।
ਤਾਂ ਇਸ ਦਾ ਜਿਹੜਾ ਆਪਣੇ ਕੋਲੇ ਰਾਈਟ ਆਨਸਰ ਬਣਦਾ ਹੈ ਉਹ ਬਣਦਾ ਹੈ ਆਪਣੇ ਕੋਲ ਜਨਵਰੀ 26 ਬਲਕਿ 26 ਜਨਵਰੀ 1950 ਦੇ ਵਿੱਚ। ਤਾਂ ਇਸ ਸਮੇਂ 'ਤੇ ਹੀ ਕਿਉਂ ਬਣਿਆ ਸੀ? ਕਿਉਂਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ, ਲਾਗੂ ਹੋਇਆ ਸੀ। ਤਾਂ ਉਸੇ ਸਮੇਂ 'ਤੇ ਕੀ ਸੀਗਾ, ਭਾਰਤ ਇੱਕ ਕੀ ਸੀਗਾ, ਲੋਕਤੰਤਰੀ ਗਣਰਾਜ ਬਣ ਗਿਆ ਸੀਗਾ, ਰਿਪਬਲਿਕ ਭਾਰਤ। ਨੈਕਸਟ ਕੁਐਸਚਨ ਹੈ ਆਪਣੇ ਕੋਲ, who among the following was not a member of the Constituent Assembly established in July 1946? ਤਾਂ ਹੇਠ ਲਿਖੇ ਵਿੱਚੋਂ ਕੌਣ ਜੁਲਾਈ 1946 ਵਿੱਚ ਸਥਾਪਿਤ ਕੀਤੀ ਗਈ ਸੰਵਿਧਾਨ ਸਭਾ ਦਾ ਮੈਂਬਰ ਨਹੀਂ ਸੀ? ਵੱਲਭ ਭਾਈ ਪਟੇਲ, ਮਹਾਤਮਾ ਗਾਂਧੀ, KM ਮੁੰਸ਼ੀ ਜਾਂ ਫਿਰ JB ਕਿਰਪਲਾਨੀ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣਦਾ ਹੈ ਉਹ ਬਣਦਾ ਹੈ ਮਹਾਤਮਾ ਗਾਂਧੀ ਜੀ ਜਿਹੜੇ ਸੀਗੇ ਉਹ ਕਦੇ ਵੀ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਸਨ। ਨੈਕਸਟ ਹੈ ਆਪਣੇ ਕੋਲ, who was the first ਤੀਰਥਯੰਤਰ of ਜੈਨਿਸ? ਤਾਂ ਜੈਨੀਆਂ ਦਾ ਪਹਿਲਾ ਤੀਰਥਯੰਤਰ ਕੌਣ ਸੀ? ਜੈਨੀਆਂ ਦਾ ਪਹਿਲਾ ਤੀਰਥਯੰਤਰ ਕੌਣ ਸੀ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਰਿਸ਼ਭਦੇਵ। ਤਾਂ ਰਿਸ਼ਭਦੇਵ ਜਿਹੜਾ ਸੀਗਾ ਉਹ ਜੈਨੀਆਂ ਦਾ ਪਹਿਲਾ ਤੀਰਥਯੰਤਰ ਸੀ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਐਟ ਦੀ ਟਾਈਮ ਆਫ ਇੰਡੀਪੈਂਡੈਂਸ ਵਾਜ਼? ਤਾਂ ਆਜ਼ਾਦੀ ਦੇ ਸਮੇਂ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਕੌਣ ਸਨ? ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਕੌਣ ਸਨ ਆਜ਼ਾਦੀ ਦੇ ਸਮੇਂ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ JB ਕਿਰਪਲਾਨੀ। ਕੌਣ ਬਣ ਜਾਂਦਾ ਹੈ ਜੀ? JB ਕਿਰਪਲਾਨੀ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਹਰੀਪੁਰਾ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ 1938 ਵਾਜ਼ ਪ੍ਰੋਸੀਡਡ ਓਵਰ ਬਾਏ? ਤਾਂ ਇੰਡੀਅਨ ਨੈਸ਼ਨਲ ਕਾਂਗਰਸ 1938 ਦੇ ਹਰੀਪੁਰਾ ਇਜਲਾਸ ਦੀ ਪ੍ਰਧਾਨਗੀ ਹੇਠ ਹੋ। ਤਾਂ ਕਿਸ ਨੇ ਜਿਹੜੀ ਸੀਗੀ ਉਹ ਹਰੀਪੁਰਾ ਸੈਸ਼ਨ ਦੀ ਪ੍ਰਧਾਨਗੀ ਕੀਤੀ ਸੀ? ਤਾਂ ਕਿਸ ਨੇ ਕੀਤੀ ਸੀ? ਅਬਦੁਲ ਕਲਾਮ ਆਜ਼ਾਦ ਨੇ, JB ਕਿਰਪਲਾਨੀ ਨੇ, ਜਾਂ ਫਿਰ ਰਾਜਿੰਦਰ ਪ੍ਰਸਾਦ ਨੇ, ਜਾਂ ਫਿਰ ਸੁਭਾਸ਼ ਚੰਦਰ ਬੋਸ ਨੇ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਜੀ ਉਹ ਬਣ ਜਾਂਦਾ ਆਪਣੇ ਕੋਲੇ ਸੁਭਾਸ਼ ਚੰਦਰ ਬੋਸ ਦੁਆਰਾ ਜਿਹੜੀ ਸੀਗੀ ਉਹ ਹਰੀਪੁਰਾ ਸੈਸ਼ਨ ਦੀ 1938 ਦੇ ਵਿੱਚ ਪ੍ਰਧਾਨਗੀ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਕੋਇਨਡ ਦੀ ਨੇਮ ਆਫ ਪਾਕਿਸਤਾਨ? ਤਾਂ ਪਾਕਿਸਤਾਨ ਨਾਮ ਕਿਸ ਨੇ ਰੱਖਿਆ? ਪਾਕਿਸਤਾਨ ਦਾ ਨਾਮ ਪਾਕਿਸਤਾਨ ਕਿਸ ਨੇ ਰੱਖਿਆ ਸੀ? ਤਾਂ ਇਸ ਦਾ ਆਪਣੇ ਕੋਲੇ ਆਨਸਰ ਬਣ ਜਾਂਦਾ ਹੈ ਚੌਧਰੀ ਰਹਿਮਤ ਅਲੀ। ਤਾਂ ਚੌਧਰੀ ਰਹਿਮਤ ਅਲੀ ਦੁਆਰਾ ਪਾਕਿਸਤਾਨ ਦਾ ਨਾਮ ਜਿਹੜਾ ਸੀਗਾ ਉਹ ਰੱਖਿਆ ਗਿਆ ਸੀ ਜਾਂ ਪਾਕਿਸਤਾਨ ਦਾ ਨਾਮਕਰਨ ਕੀਤਾ ਗਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਵਾਜ਼ ਦੀ ਫਸਟ ਇੰਡੀਅਨ ਟੂ ਬੀ ਇਲੈਕਟਡ ਐਜ਼ ਅ ਮੈਂਬਰ ਆਫ ਦੀ ਬ੍ਰਿਟਿਸ਼ ਹਾਊਸ ਆਫ ਕਾਮਨਸ? ਤਾਂ ਜੋ ਬ੍ਰਿਟਿਸ਼ ਹਾਊਸ ਕਾਮਨਸ ਦੇ ਮੈਂਬਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਸਨ ਉਹ ਕੌਣ ਸਨ? ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣ ਜਾਂਦਾ ਹੈ ਜੀ ਉਹ ਬਣਦਾ ਆਪਣੇ ਕੋਲੇ ਦਾਦਾ ਭਾਈ ਨਾਰੋਜੀ। ਤਾਂ ਦਾਦਾ ਭਾਈ ਨਾਰੋਜੀ ਜਿਹੜੇ ਸੀਗੇ ਉਹ ਜੋ ਸੀ ਬ੍ਰਿਟਿਸ਼ ਹਾਊਸ ਕਾਮਨਸ ਦੇ ਮੈਂਬਰਾਂ ਵਿੱਚੋਂ ਚੁਣੇ ਗਏ ਇੱਕ ਪਹਿਲੇ ਭਾਰਤੀ ਸਨ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਤਾਂ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ ਤਾਂ ਕਿ ਤੁਹਾਡੇ ਹੋਰ ਵੀ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਨੂੰ ਪਹੁੰਚਾਇਆ ਜਾ ਸਕੇ ਔਰ ਤੁਹਾਡੇ ਲਈ ਹੈਲਪਫੁਲ ਹੋ ਸਕੇ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਔਰ। The definition of money bills is given in which article of the Constitution of India? ਤਾਂ ਮਨੀ ਬਿੱਲ ਦੀ ਪਰਿਭਾਸ਼ਾ ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਿੱਤੀ ਗਈ ਹੈ? ਤਾਂ ਇੱਥੇ ਆਪਣੇ ਕੋਲੇ ਦੋ ਕੁਐਸਚਨ ਬਣਦੇ ਨੇ ਇਸ ਮਨੀ ਬਿੱਲ ਦੇ ਨਾਲ। ਇੱਕ ਤਾਂ ਪੁੱਛੀ ਜਾਂਦੀ ਹੈ ਪਰਿਭਾਸ਼ਾ ਯਾਨੀ ਕਿ ਡੈਫੀਨੇਸ਼ਨ, ਔਰ ਇੱਕ ਪੁੱਛਿਆ ਜਾਂਦਾ ਉਹਦਾ ਪ੍ਰੋਸੈਸ। ਤਾਂ ਇਸ ਸਮੇਂ ਆਪਣੇ ਤੋਂ ਪੁੱਛੀ ਗਈ ਹੈ ਪਰਿਭਾਸ਼ਾ ਯਾਨੀ ਕਿ ਡੈਫੀਨੇਸ਼ਨ ਪੁੱਛੀ ਗਈ ਹੈ। ਤਾਂ ਡੈਫੀਨੇਸ਼ਨ ਦੇ ਆਧਾਰ 'ਤੇ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣ ਜਾਂਦਾ ਉਹ ਆਪਣੇ ਕੋਲੇ ਬਣਦਾ ਆਰਟੀਕਲ ਨੰਬਰ 110। ਇਸ ਕੁਐਸਚਨ ਦਾ ਆਪਣੇ ਕੋਲੇ ਆਨਸਰ ਜੋ ਬਣਦਾ ਹੈ ਉਹ ਬਣਦਾ ਆਰਟੀਕਲ ਨੰਬਰ 10। ਔਰ ਅਗਰ ਆਪਾਂ ਨੂੰ ਪੁੱਛਿਆ ਜਾਵੇ ਕਿ ਜਿਹੜਾ ਹੈ ਮਨੀ ਬਿੱਲ ਦਾ ਪ੍ਰੋਸੈਸ ਉਹ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ ਹੈ ਤਾਂ ਉਹ ਆਪਣੇ ਕੋਲੇ ਆ ਜਾਂਦਾ ਜੀ ਆਰਟੀਕਲ ਨੰਬਰ 109 ਦੇ ਅੰਦਰ ਮਨੀ ਬਿੱਲ ਦਾ ਪ੍ਰੋਸੈਸ ਆਉਂਦਾ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ, ਮੁਜ਼ੱਫਰਪੁਰ ਬੰਬ ਕੇਸ 1908 is associated with? ਤਾਂ
ਤਾਂ ਮੁਜ਼ੱਫਰਨਗਰ ਜਿਹੜਾ ਸੀਗਾ ਮੁਜ਼ੱਫਰਪੁਰ ਬੰਬ ਕੇਸ ਧਮਾਕਾ ਜਿਹੜਾ ਸੀ ਬੰਬ ਧਮਾਕਾ ਕੇਸ ਸੀ ਜਿਹੜਾ ਸੀ 1908 ਦੇ ਵਿੱਚ ਇਸ ਨਾਲ ਜੁੜਿਆ ਹੋਇਆ ਹੈ। ਤਾਂ ਕਿਸ ਨਾਲ ਜੁੜਿਆ ਹੋਇਆ ਹੈ? ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣ ਜਾਂਦਾ ਹੈ ਜੀ, ਉਹ ਬਣਦਾ ਆਪਣੇ ਕੋਲੇ ਪ੍ਰਫੁੱਲਾ ਚੱਕੀ। ਤਾਂ ਜਿਹੜੇ ਇਹ ਦੋ ਬੰਦੇ ਸੀਗੇ, ਠੀਕ ਹੈ, ਇਹਨਾਂ ਦੋਨਾਂ ਦੁਆਰਾ ਮਿਲ ਕੇ ਮੁਜ਼ੱਫਰਪੁਰ ਦੇ ਵਿੱਚ ਬੰਬ ਜਿਹੜਾ ਸੀਗਾ ਧਮਾਕਾ ਕੀਤਾ ਗਿਆ ਸੀ 1908 ਦੇ ਵਿੱਚ। ਇੱਕ ਤਾਂ ਸੀ ਆਪਣੇ ਕੋਲੇ ਪ੍ਰਫੁੱਲਾ ਚੱਕੀ ਔਰ ਦੂਸਰਾ ਇਸ ਦੇ ਨਾਲ ਕੌਣ ਸੀਗਾ? ਖੁਦੀਰਾਮ ਬੋਸ। ਖੁਦੀਰਾਮ ਬੋਸ। ਤਾਂ ਇਹਨਾਂ ਦੋਵਾਂ ਦੁਆਰਾ ਮਿਲ ਕੇ ਮੁਜ਼ੱਫਰਪੁਰ ਦੇ ਵਿੱਚ ਜਿਹੜਾ ਸੀਗਾ ਬੰਬ ਸਿੱਟਿਆ ਗਿਆ ਸੀਗਾ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਤਾਂ ਨੈਕਸਟ ਕੁਐਸਚਨ ਹੈ ਨੇਮ ਆਫ ਦੀ ਵਾਇਸਰਾਏ ਆਫ ਇੰਡੀਆ ਕੰਸਰਨਡ ਵਿਦ ਬੰਗਾਲ ਪਾਰਟੀਸ਼ਨ। ਤਾਂ ਬੰਗਾਲ ਦੀ ਵੰਡ ਨਾਲ ਸੰਬੰਧਿਤ ਭਾਰਤ ਦੇ ਵਾਇਸਰਾਏ ਦਾ ਨਾਮ ਦੱਸੋ। ਤਾਂ ਜਦੋਂ ਬੰਗਾਲ ਦੀ ਵੰਡ ਹੋਈ ਸੀਗੀ, ਠੀਕ ਹੈ, ਤਾਂ ਉਸ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਤਾਂ ਇਸ ਦਾ ਆਪਣੇ ਕੋਲੇ ਆਨਸਰ ਬਣ ਜਾਂਦਾ ਹੈ ਲਾਰਡ ਕਰਜ਼ਨ। ਲਾਰਡ ਕਰਜ਼ਨ ਜਿਹੜਾ ਸੀਗਾ, ਇਹ ਜਦੋਂ ਬੰਗਾਲ ਦੀ ਵੰਡ ਕੀਤੀ ਗਈ ਸੀਗੀ, ਬੰਗਾਲ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ, ਉਸ ਸਮੇਂ ਭਾਰਤ ਦਾ ਵਾਇਸਰਾਏ ਸੀਗਾ। ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਫਸਟ ਲੀਡਰ ਟੂ ਯੂਜ਼ ਦੀ ਵਰਡ ਸਵਰਾਜ ਵਾਸ। ਤਾਂ ਸਵਰਾਜ ਸ਼ਬਦ ਦੀ ਵਰਤੋਂ ਜਿਹੜੀ ਸੀ ਕਰਨ ਵਾਲਾ ਪਹਿਲਾ ਨੇਤਾ ਸੀ, ਤਾਂ ਕੌਣ ਸੀ? ਤਾਂ ਇੱਕ ਗੱਲ ਤਾਂ ਜ਼ਾਹਿਰ ਹੈ ਕਿ ਜਿਹੜਾ ਕਿ ਇਹ ਸਵਰਾਜ ਸ਼ਬਦ ਦੀ ਪਹਿਲੀ ਵਾਰ ਵਰਤੋਂ ਕਰੂਗਾ ਜਾਂ ਪਹਿਲੀ ਵਾਰ ਯੂਜ਼ ਕਰੂਗਾ, ਤਾਂ ਉਸੇ ਨੇ ਹੀ ਉਸ ਸਵਰਾਜ ਸ਼ਬਦ ਨੂੰ ਬਣਾਇਆ ਹੋਊਗਾ, ਮਤਲਬ ਕਿ ਇੰਟਰੋਡਿਊਸ ਕੀਤਾ ਹੋਊਗਾ, ਠੀਕ ਹੈ। ਤਾਂ ਉਸੇ ਨੇ ਉਸਨੂੰ ਇੰਟਰੋਡਿਊਸ ਕੀਤਾ ਹੋਊਗਾ। ਤਾਂ ਇੱਥੇ ਜਿਹੜਾ ਆਪਣੇ ਕੋਲ ਆਨਸਰ ਇਸ ਦੋ ਤਰੀਕੇ ਦੇ ਨਾਲ ਵੀ ਬਣ ਸਕਦਾ ਹੈ ਕਿ ਸਵਰਾਜ ਸ਼ਬਦ ਜਿਹੜੀ ਸੀਗੀ ਸਵਰਾਜ ਸ਼ਬਦ ਜਿਹੜਾ ਸੀਗਾ ਇੰਟਰੋਡਿਊਸ ਕਿਸ ਨੇ ਕੀਤਾ ਸੀ ਜਾਂ ਫਿਰ ਪਹਿਲੀ ਵਾਰ ਯੂਜ਼ ਕਿਸ ਨੇ ਕੀਤਾ ਸੀ। ਤਾਂ ਉਹ ਆਪਣੇ ਕੋਲ ਆਨਸਰ ਇੱਥੇ ਬਣ ਜਾਂਦਾ ਹੈ ਜੀ ਦਇਆਨੰਦ ਸਰਸਵਤੀ। ਦਇਆਨੰਦ ਸਰਸਵਤੀ ਦੁਆਰਾ ਹੀ ਸਵਰਾਜ ਸ਼ਬਦ ਨੂੰ ਪਹਿਲੀ ਵਾਰ ਯੂਜ਼ ਕੀਤਾ ਗਿਆ ਸੀ ਔਰ ਇਹਨਾਂ ਦੁਆਰਾ ਹੀ ਕੀ ਸੀਗਾ ਇੰਟਰੋਡਿਊਸ ਕੀਤਾ ਗਿਆ ਸੀ। ਇਹਨਾਂ ਦੁਆਰਾ ਹੀ ਇਸ ਸ਼ਬਦ ਨੂੰ ਇੰਟਰੋਡਿਊਸ ਕੀਤਾ ਜਾਂਦਾ ਸੀ। ਇਹੀ ਜਿਹੜੇ ਨੇ ਸਵਰਾਜ ਸ਼ਬਦ ਦੇ ਫਾਊਂਡਰ ਨੇ। ਤਾਂ ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਹੂ ਕਾਲਡ ਬਾਲ ਗੰਗਾਧਰ ਤਿਲਕ ਦੀ ਫਾਦਰ ਆਫ ਇੰਡੀਅਨ ਅਨਰੈਸਟ। ਮਤਲਬ ਕਿ ਬਾਲ ਗੰਗਾਧਰ ਤਿਲਕ ਨੂੰ ਭਾਰਤੀ ਸ਼ਾਂਤੀ ਦਾ ਪਿਤਾਮਾ ਕਿਸ ਨੇ ਕਿਹਾ ਸੀ? ਬਾਲ ਗੰਗਾਧਰ ਤਿਲਕ ਨੂੰ ਭਾਰਤੀ ਸ਼ਾਂਤੀ ਦਾ ਪਿਤਾਮਾ ਕਿਸ ਨੇ ਕਿਹਾ ਸੀ? ਲਾਰਡ ਕਰਜ਼ਨ ਨੇ, ਵਿੰਸੈਂਟ ਸਮਿਥ ਨੇ, ਜਾਂ ਫਿਰ ਵੈਲੇਂਟਾਈਨ ਚਿਰੋਲ ਨੇ, ਜਾਂ ਫਿਰ ਹੈਨਰੀ ਕਾਟਨ ਨੇ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲੇ ਬਣਦਾ ਹੈ ਵੈਲੇਂਟਾਈਨ ਚਿਰੋਲ ਦੁਆਰਾ ਜਿਹੜਾ ਸੀਗਾ ਬਾਲ ਗੰਗਾਧਰ ਤਿਲਕ ਨੂੰ ਭਾਰਤੀ ਸ਼ਾਂਤੀ ਦਾ ਪਿਤਾਮਾ ਕਿਹਾ ਗਿਆ ਸੀ। ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਵਿਚ ਆਫ ਦੀ ਫੋਲੋਇੰਗ ਪ੍ਰੈਜ਼ੀਡੈਂਟਸ ਐਕਸਰਸਾਈਡ ਅ ਪਾਵਰ ਨੋਨ ਐਜ਼ ਪੋਕਟ ਵੀਟੋ ਇਨ ਕੌਨਸਟੀਟਿਊਸ਼ਨਲ ਪਾਰਲੈਂਸ। ਤਾਂ ਹੇਠਾਂ ਵਿੱਚੋਂ ਕਿਸ ਰਾਸ਼ਟਰਪਤੀ ਨੇ ਇੱਕ ਸ਼ਕਤੀ ਦਾ ਪ੍ਰਯੋਗ ਕੀਤਾ ਸੀ ਜਿਸ ਨੂੰ ਸੰਵਿਧਾਨਿਕ ਸ਼ਬਦਾਵਲੀ ਵਿੱਚ ਪੋਕਟ ਵੀਟੋ ਕਿਹਾ ਜਾਂਦਾ ਹੈ? ਡਾਕਟਰ ਰਾਜਿੰਦਰ ਪ੍ਰਸਾਦ ਨੇ, ਬੀਬੀ ਗਿਰੀ ਨੇ, ਗਿਆਨੀ ਜੈਲ ਸਿੰਘ ਨੇ, ਜਾਂ ਫਿਰ ਡਾਕਟਰ APJ ਅਬਦੁਲ ਕਲਾਮ ਨੇ। ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣਦਾ ਹੈ ਜੀ, ਇਹ ਬਣਦਾ ਆਪਣੇ ਕੋਲੇ ਗਿਆਨੀ ਜੈਲ ਸਿੰਘ। ਇਸ ਦਾ ਜੋ ਆਪਣੇ ਕੋਲੇ ਆਨਸਰ ਬਣਦਾ ਕੀ ਬਣਦਾ? ਗਿਆਨੀ ਜੈਲ ਸਿੰਘ ਦੁਆਰਾ ਜਿਹੜਾ ਸੀਗਾ ਪੋਕਟ ਵੀਟੋ ਦਾ ਇਸਤੇਮਾਲ ਕੀਤਾ ਗਿਆ ਸੀਗਾ ਪਹਿਲੀ ਵਾਰ। ਇੱਕ ਇੰਡੀਅਨ ਪੋਸਟ ਜਿਹੜਾ ਸੀਗਾ, ਇੰਡੀਅਨ ਪੋਸਟ ਦਾ ਜਿਹੜਾ ਕੋਈ ਬਿੱਲ ਸੀਗਾ, ਉਸ ਨੂੰ ਇਸ ਨੇ 5 ਸਾਲ ਦੇ ਲਈ ਕੀ ਸੀਗਾ ਪੋਕਟ ਵੀਟੋ ਦੇ ਅੰਦਰ ਜਿਹੜਾ ਸੀਗਾ ਰੋਕ ਕੇ ਰੱਖਿਆ ਸੀਗਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਕੈਬਨਿਟ ਇਜ਼ ਕੋਲੈਕਟਿਵਲੀ ਰਿਸਪੋਂਸੀਬਲ। ਤਾਂ ਮੰਤਰੀ ਮੰਡਲ ਸਮੂਹਕ ਤੌਰ 'ਤੇ ਜ਼ਿੰਮੇਵਾਰ ਹੁੰਦਾ ਹੈ। ਮੰਤਰੀ ਮੰਡਲ, ਤਾਂ ਇਹਦੇ ਵਿੱਚ ਵੀ ਆਪਣੇ ਕੋਲ ਦੋ ਕੁਐਸਚਨ ਬਣ ਜਾਂਦੇ ਨੇ। ਇੱਕ ਤਾਂ ਆਪਣੇ ਕੋਲ ਬਣ ਜਾਂਦਾ ਹੈ ਮੰਤਰੀ ਮੰਡਲ ਔਰ ਇੱਕ ਇਕੱਲਾ ਸਿੰਗਲ ਮੰਤਰੀ, ਠੀਕ ਹੈ। ਇੱਕ ਤਾਂ ਪੂਰਾ ਮੰਤਰੀ ਮੰਡਲ ਜਿਸ ਦੇ ਵਿੱਚ ਟੋਟਲ ਮੰਤਰੀ ਜਿੰਨੇ ਵੀ ਹੋਣਗੇ ਉਹ ਆ ਜਾਣਗੇ। ਇੱਕ ਸਿੰਗਲ ਮੰਤਰੀ, ਕੋਈ ਇੱਕ ਮੰਤਰੀ ਆ ਜਾਂਦਾ। ਤਾਂ ਜਿਹੜਾ ਵੀ ਮੰਤਰੀ ਮੰਡਲ ਹੋਊਗਾ ਪੂਰਾ ਦਾ ਪੂਰਾ, ਉਹ ਕਿਸ ਦੇ ਅੰਦਰ ਆਊਗਾ? ਉਹ ਕਿਸ ਦੇ ਲਈ ਜ਼ਿੰਮੇਵਾਰ ਹੋਊਗਾ? ਕਿਸ 'ਤੇ ਜ਼ਿੰਮੇਵਾਰ ਹੋਊਗਾ? ਉਹ ਹੋਊਗਾ ਲੋਕ ਸਭਾ ਦੇ ਲਈ। ਕਿਸ ਦੇ ਲਈ ਹੋਊਗਾ? ਲੋਕ ਸਭਾ ਦੇ ਲਈ। ਔਰ ਜਿਹੜਾ ਇਕੱਲਾ ਸਿੰਗਲ ਕੋਈ ਵੀ ਮੰਤਰੀ ਹੋਊਗਾ ਉਹ ਕਿਹਦੇ 'ਤੇ ਹੋਊਗਾ? ਉਹ ਪ੍ਰੈਜ਼ੀਡੈਂਟ ਜ਼ਿੰਮੇਵਾਰ ਹੋਊਗਾ, ਠੀਕ ਹੈ। ਤਾਂ ਇਸ ਦਾ ਵੀ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲੇ ਬਣ ਜਾਂਦਾ ਹੈ ਟੂ ਲੋਕ ਸਭਾ। ਤਾਂ ਮੰਤਰੀ ਮੰਡਲ ਸਮੂਹਕ ਤੌਰ 'ਤੇ ਜ਼ਿੰਮੇਵਾਰ ਹੋਊਗਾ ਕਿਹਦੇ ਲਈ? ਲੋਕ ਸਭਾ ਦੇ ਲਈ। ਅਗਰ ਇਕੱਲੇ ਕਿਸੇ ਵੀ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਇਕੱਲਾ ਜਿਹੜਾ ਮੰਤਰੀ ਹੋਊਗਾ, ਕੋਈ ਵੀ ਇਕੱਲਾ ਮੰਤਰੀ ਹੋਊਗਾ ਉਹ ਕਿਹਦੇ ਨਾਲ ਰਿਲੇਟਡ ਹੋਊਗਾ? ਉਹ ਕਿਸ ਦੇ ਲਈ ਜ਼ਿੰਮੇਵਾਰ ਹੋਊਗਾ? ਉਹ ਪ੍ਰੈਜ਼ੀਡੈਂਟ ਦੇ ਲਈ ਹੋਊਗਾ।
ਤਾਂ ਨੈਕਸਟ ਹੈ ਆਪਣੇ ਕੋਲ ਦੀ ਫਾਊਂਡਰ ਆਫ ਮੁਸਲਿਮ ਲੀਗ ਵਾਸ, ਤਾਂ ਮੁਸਲਿਮ ਲੀਗ ਦਾ ਸੰਸਥਾਪਕ ਜਿਹੜਾ ਸੀਗਾ ਉਹ ਕੌਣ ਸੀ? ਮੁਸਲਿਮ ਲੀਗ ਦਾ ਸੰਸਥਾਪਕ ਕੌਣ ਸੀ? ਤਾਂ ਇਸ ਦਾ ਆਪਣੇ ਕੋਲ ਜਿਹੜਾ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਨਵਾਬ ਸਲੀਮੁੱਲਾ। ਨਵਾਬ ਸਲੀਮੁੱਲਾ ਜਿਹੜਾ ਸੀਗਾ ਇਹ ਮੁਸਲਿਮ ਲੀਗ ਦਾ ਸੰਸਥਾਪਕ ਸੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਇੰਡੀਅਨ ਕਾਉਂਸਲ ਐਕਟ ਆਫ 1909 ਵਾਜ਼ ਪ੍ਰੋਵਾਈਡਡ ਫੋਰ, ਤਾਂ 1909 ਦਾ ਇੰਡੀਅਨ ਕਾਉਂਸਲ ਐਕਟ ਕਿਸ ਲਈ ਉਪਲਬਧ ਕੀਤਾ ਗਿਆ ਸੀ? ਕਿਸ ਲਈ ਉਪਲਬਧ ਕੀਤਾ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣ ਜਾਂਦਾ ਇਹ ਕੀਤਾ ਗਿਆ ਸੀਗਾ ਜੀ ਕਮਿਊਨਲ ਰਿਪਰੈਜ਼ੈਂਟੇਸ਼ਨ ਦੇ ਲਈ। ਕਮਿਊਨਲ ਰਿਪਰੈਜ਼ੈਂਟੇਸ਼ਨ ਦੇ ਲਈ 1909 ਦਾ ਇੰਡੀਅਨ ਕਾਉਂਸਲ ਐਕਟ ਜਿਹੜਾ ਸੀਗਾ ਇਹ ਉਪਬੰਧ ਕੀਤਾ ਗਿਆ ਸੀਗਾ, ਜਿਸ ਨੂੰ ਆਪਾਂ ਮਾਰਲੇ ਮਿੰਟੂ ਰਿਫਾਰਮ ਦੇ ਨਾਮ ਨਾਲ ਵੀ ਜਾਣਦੇ ਹਾਂ। ਜਿਸ ਨੂੰ ਆਪਾਂ ਮਾਰਲੇ ਮਿੰਟੂ ਰਿਫਾਰਮ ਦੇ ਨਾਲ ਵੀ ਜਾਣਦੇ ਹਾਂ। ਕਾਉਂਸਲ ਐਕਟ 1909 ਮਾਰਲੇ ਮਿੰਟੂ ਰਿਫਾਰਮ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਹੂ ਵਾਜ਼ ਦੀ ਵਾਇਸਰॉय ਆਫ ਇੰਡੀਆ ਵੈਨ ਦੀ ਰੋਲਟ ਐਕਟ ਵਾਜ਼ ਪਾਸਡ, ਤਾਂ ਜਦੋਂ ਰੋਲਟ ਐਕਟ ਪਾਸ ਕੀਤਾ ਗਿਆ ਸੀ ਤਾਂ ਭਾਰਤ ਦਾ ਵਾਇਸਰॉय ਕੌਣ ਸੀ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਲਾਰਡ ਚੈਮਸਫੋਰਡ ਜਿਹੜਾ ਸੀਗਾ ਇਹ ਜਦੋਂ ਰੋਲਟ ਐਕਟ ਪਾਸ ਹੋਇਆ ਸੀ ਉਸ ਸਮੇਂ ਭਾਰਤ ਦਾ ਵਾਇਸਰॉय ਸੀ। ਤਾਂ ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਟੋਡਰਮਲ had divided the total land of the empire into parts on the basis of production, ਤਾਂ ਟੋਡਰਮਲ ਨੇ ਸਾਮਰਾਜ ਦੇ ਕੁੱਲ ਜ਼ਮੀਨ ਨੂੰ ਉਤਪਾਦਨ ਦੇ ਆਧਾਰ 'ਤੇ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਤਾਂ ਕਿੰਨੇ ਹਿੱਸਿਆਂ ਵਿੱਚ ਵੰਡ ਦਿੱਤਾ ਸੀ? 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ। ਅਤੇ ਇਹੀ ਕੁਐਸਚਨ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਟੋਡਰਮਲ ਜਿਹੜਾ ਕਿਹਦੇ ਨਾਲ ਸੰਬੰਧਿਤ ਹੈ? ਇਹ ਤਾਂ ਇਹ ਜਿਹੜਾ ਹੈਗਾ ਅਕਬਰ ਦੇ 9 ਰਤਨਾਂ ਦੇ ਵਿੱਚੋਂ ਇੱਕ ਰਤਨ ਹੈ। ਜਿਹੜਾ ਟੋਡਰਮਲ ਹੈ ਇੱਕ ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਰਤਨ ਹੈ। ਤਾਂ ਟੋਡਰਮਲ ਨੇ ਜਿਹੜਾ ਸੀਗਾ ਸਾਮਰਾਜ ਦੀ ਕੁੱਲ ਜ਼ਮੀਨ ਦੇ ਉਤਪਾਦਨ ਦੇ ਆਧਾਰ 'ਤੇ ਕੁੱਲ ਜ਼ਮੀਨ ਨੂੰ ਉਤਪਾਦਨ ਦੇ ਆਧਾਰ 'ਤੇ 4 ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਤਾਂ ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ ਕਿ ਡਿਸਟ੍ਰੀਬਿਊਟਰੀ ਆਫ ਵਿਚ ਰਿਵਰ ਟੇਕਸ ਦੀ ਨੇਮ ਪਦਮਾ ਇਨ ਬੰਗਲਾਦੇਸ਼, ਤਾਂ ਬੰਗਲਾਦੇਸ਼ ਵਿੱਚ ਕਿਸ ਨਦੀ ਦਾ ਨਾਮ ਜਿਹੜਾ ਸੀਗਾ ਉਹ ਪਦਮਾ ਹੈ? ਤਾਂ ਉਹ ਆਪਣੇ ਕੋਲ ਇਸ ਦਾ ਰਾਈਟ ਆਨਸਰ ਬਣ ਜਾਂਦਾ ਹੈ ਜੀ ਬ੍ਰਹਮਪੁੱਤਰਾ। ਬ੍ਰਹਮਪੁੱਤਰਾ ਨਦੀ ਜਿਹੜੀ ਹੁੰਦੀ ਹੈ ਇਸ ਨੂੰ ਬੰਗਲਾਦੇਸ਼ ਵਿੱਚ ਪਦਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਡਿਊਰੇਸ਼ਨ ਆਫ ਅ ਡੇ ਐਟ ਦੀ ਇਕੁਏਟਰ, ਤਾਂ ਭੂ-ਮੱਧ ਰੇਖਾ ਜਿਹੜੀ ਹੈਗੀ ਆ ਅਤੇ ਇੱਕ ਦਿਨ ਦੀ ਮਿਆਦ ਕਿੰਨੀ ਹੁੰਦੀ ਹੈ? ਭੂ-ਮੱਧ ਰੇਖਾ ਦੀ ਇੱਕ ਦਿਨ ਦੀ ਮਿਆਦ ਕਿੰਨੀ ਹੁੰਦੀ ਹੈ? ਤਾਂ ਇਸ ਦਾ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣ ਜਾਂਦਾ ਉਹ ਬਣ ਜਾਂਦਾ ਹੈ ਇਟਸ 12 ਈਅਰਸ, ਤਾਂ 12 ਘੰਟੇ ਜਿਹੜੀ ਹੁੰਦੀ ਹੈ ਇਹ ਭੂ-ਮੱਧ ਰੇਖਾ ਦੀ ਦਿਨ ਦੀ ਮਿਆਦ ਹੁੰਦੀ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਵਿਚ ਕੰਟਰੀ ਇਜ਼ ਦੀ ਲਾਰਜੈਸਟ ਪ੍ਰੋਡਿਊਸਰ ਆਫ ਲੀਡ ਇਨ ਦੀ ਵਰਲਡ, ਤਾਂ ਦੁਨੀਆ ਵਿੱਚ ਲੀਡ ਦਾ ਸਭ ਤੋਂ ਵੱਡਾ ਉਤਪਾਦਕ ਕੌਣ ਹੈ? ਸਭ ਤੋਂ ਵੱਡਾ ਉਤਪਾਦਕ ਕੌਣ ਹੈ? ਆਸਟ੍ਰੇਲੀਆ, ਚਾਈਨਾ, ਅਮਰੀਕਾ ਜਾਂ ਫਿਰ ਕੈਨੇਡਾ? ਤਾਂ ਦੁਨੀਆ ਵਿੱਚ ਜਿਹੜਾ ਹੈਗਾ ਲੀਡ ਦਾ ਸਭ ਤੋਂ ਵੱਡਾ ਉਤਪਾਦਕ ਹੈ ਆਪਣੇ ਕੋਲ ਇੱਥੇ ਰਾਈਟ ਆਨਸਰ ਬਣ ਜਾਂਦਾ ਹੈ ਆਸਟ੍ਰੇਲੀਆ। ਤਾਂ ਆਸਟ੍ਰੇਲੀਆ ਜਿਹੜਾ ਹੈ ਆਪਣੇ ਕੋਲ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਕਾਹਦਾ? ਲੀਡ ਦਾ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਇੰਡੀਅਨ ਐਗਰੀਕਲਚਰ ਇਜ਼ ਭਾਰਤੀ ਖੇਤੀ ਹੈ, ਤਾਂ ਭਾਰਤੀ ਖੇਤੀ ਕਿਸ ਤਰ੍ਹਾਂ ਦੀ ਹੈ? ਆਪਣੇ ਕੋਲ ਭਾਰਤ ਦੇ ਵਿੱਚ ਐਗਰੀਕਲਚਰ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ? ਤਾਂ ਉਹਦਾ ਆਪਣੇ ਕੋਲ ਆਨਸਰ ਬਣ ਜਾਂਦਾ ਹੈ ਜੀ ਰਾਈਟ ਸਬਸਿਸਟੈਂਸ ਐਗਰੀਕਲਚਰ। ਤਾਂ ਇਹ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ। ਤਾਂ ਨੈਕਸਟ ਕੁਐਸਚਨ ਦੀ ਉਹ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਪੀਰੀਅਡ ਬਿਟਵੀਨ 2 ਸੈਸ਼ਨਸ ਆਫ ਪਾਰਲੀਮੈਂਟ ਸ਼ੁੱਡ ਨਾਟ ਐਕਸੀਡ ਹਾਊ ਮੈਨੀ ਮੰਥਸ, ਤਾਂ ਪਾਰਲੀਮੈਂਟ ਦੇ 2 ਸੈਸ਼ਨਾਂ ਦੇ ਵਿਚਕਾਰ ਦੀ ਮਿਆਦ ਕਿੰਨੇ ਮਹੀਨਿਆਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ? 9 ਮਹੀਨਿਆਂ ਤੋਂ, 9 ਮੰਥਸ, 1 ਮੰਥ, 3 ਮੰਥ ਜਾਂ ਫਿਰ 6 ਮੰਥ? ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣ ਜਾਂਦਾ ਹੈ ਉਹ ਆਪਣੇ ਕੋਲ ਬਣਦਾ ਹੈ 6 ਮੰਥਸ। 6 ਮੰਥਸ ਆਪਣੇ ਕੋਲ ਕੀ ਬਣ ਜਾਂਦਾ ਹੈ? ਰਾਈਟ ਆਨਸਰ ਬਣ ਜਾਂਦਾ ਹੈ ਕਿ 6 ਮਹੀਨਿਆਂ ਤੋਂ ਵੱਧ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਪਾਰਲੀਮੈਂਟ ਦੀ ਸੈਸ਼ਨਾਂ ਦੀ ਜਿਹੜੀ ਹੁੰਦੀ ਹੈ ਮਿਆਦ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜੇ ਆਪਾਂ ਨੂੰ ਵੀ ਪਤਾ ਹੁੰਦਾ ਕਿ ਪਾਰਲੀਮੈਂਟ ਦੇ ਕਿੰਨੇ ਸੈਸ਼ਨ ਹੁੰਦੇ ਨੇ ਸਾਲ ਦੇ ਵਿੱਚ। ਤਾਂ ਇੱਕ ਸਾਲ ਦੇ ਵਿੱਚ ਪਾਰਲੀਮੈਂਟ ਦੇ 3 ਸੈਸ਼ਨ ਹੁੰਦੇ ਨੇ, ਜਿਸ ਦੇ ਵਿੱਚੋਂ 2 ਸੈਸ਼ਨ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ। ਤਾਂ ਸਾਲ ਦੇ ਵਿੱਚ 12 ਮਹੀਨੇ ਹੁੰਦੇ ਹਨ ਅਤੇ 2 ਸੈਸ਼ਨ ਅਗਰ ਹੋਣੇ ਜ਼ਰੂਰੀ ਹਨ ਤਾਂ ਘੱਟੋ ਘੱਟ ਮਿਆਦ ਜਿਹੜੀ ਕਿੰਨੀ ਬਣ ਸਕਦੀ ਹੈ? 6 ਮਹੀਨਿਆਂ ਦੀ ਬਣ ਸਕਦੀ ਹੈ, ਕਿਉਂਕਿ 6 ਸਾਲ ਦੇ ਵਿੱਚ 2 ਸੈਸ਼ਨ ਹੋਣਗੇ ਤਾਂ 6 ਮਹੀਨੇ ਬਾਅਦ ਹੀ ਹੋਣਗੇ।
ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਇਨ ਵਿਚ ਸਟੇਟ ਇਜ਼ ਚੌਰੀ ਚੌਰਾ ਸਿਚੁਏਟਡ। ਤਾਂ ਚੌਰੀ ਚੌਰਾ ਕਿਸ ਰਾਜ ਵਿੱਚ ਸਥਿਤ ਹੈ। ਤਾਂ ਪਿੱਛੇ ਆਪਾਂ ਦੇਖਿਆ ਸੀਗਾ ਕੁਐਸਚਨ ਦੇ ਵਿੱਚ ਕਿ ਚੌਰੀ ਚੌਰਾ ਜਿਹੜਾ ਸੀਗਾ ਉਹ ਇੱਕ ਕਿਹੜੇ ਸ਼ਹਿਰ ਦੇ ਵਿੱਚ ਸੀਗਾ, ਗੋਰਖਪੁਰ ਸ਼ਹਿਰ ਦੇ ਵਿੱਚ ਸੀਗਾ। ਤਾਂ ਹੁਣ ਉਹ ਸ਼ਹਿਰ ਦੇਖਿਆ ਸੀ ਆਪਾਂ, ਤਾਂ ਇੱਥੇ ਆਪਾਂ ਪੁੱਛਿਆ ਕਿ ਪਿੱਛੇ ਮੈਂ ਇਸ ਚੀਜ਼ ਦਾ ਆਨਸਰ ਦੱਸ ਕੇ ਵੀ ਆਇਆ ਸੀਗਾ, ਠੀਕ ਹੈ, ਕਿ ਚੌਰੀ ਚੌਰਾ ਸਿਚੁਏਟਡ ਜਿਹੜਾ ਹੈਗਾ ਕਿਸ ਜਿਹੜਾ ਹੈਗਾ ਰਾਜ ਦੇ ਵਿੱਚ ਸਥਿਤ ਹੈ। ਉਹ ਜਿਹੜਾ ਸੀਗਾ ਸਟੇਟ ਕਿਹੜੀ ਜਿਹੜੀ ਆਪਣੇ ਕੋਲੇ ਡਿਸਟ੍ਰਿਕਟ ਕਿਹੜੀ ਦੇ ਵਿੱਚ ਸੀਗਾ, ਡਿਸਟ੍ਰਿਕਟ ਸੀਗਾ ਆਪਣੇ ਕੋਲੇ ਗੋਰਖਪੁਰ ਦੇ ਵਿੱਚ। ਔਰ ਗੋਰਖਪੁਰ ਕਿੱਥੇ ਪੈਂਦਾ ਆਪਾਂ ਨੂੰ, ਕਿਹੜੇ ਰਾਜ ਦੇ ਵਿੱਚ ਆ ਜਾਂਦਾ ਚੌਰੀ ਚੌਰਾ। ਇਸ ਦਾ ਆਪਣੇ ਕੋਲ ਜਿਹੜਾ ਰਾਈਟ ਆਨਸਰ ਆ ਜਾਂਦਾ ਉਹ ਆਪਣੇ ਕੋਲ ਬਣਦਾ ਯੂਪੀ। ਤਾਂ ਯੂਪੀ ਆਪਣੇ ਕੋਲੇ ਰਾਈਟ ਆਨਸਰ ਆ ਜਾਂਦਾ। ਚੌਰੀ ਚੌਰਾ ਕਿੱਥੇ ਸਿਚੁਏਟਡ ਹੈ, ਕਿੱਥੇ ਸਥਿਤ ਹੈ, ਇਹ ਆਪਣੇ ਕੋਲੇ ਯੂਪੀ ਦੇ ਵਿੱਚ ਸਥਿਤ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਰਾਊਂਡ ਟੇਬਲ ਕਾਨਫਰੰਸ ਹੈਲਡ ਇਨ 1931। ਤਾਂ 1931 ਵਿੱਚ ਕਿਹੜੀਆਂ ਗੋਲਮੇਜ਼ ਕਾਨਫਰੰਸ ਹੋਈ ਸੀ। 1931 ਦੇ ਵਿੱਚ ਕਿਹੜੀ ਗੋਲਮੇਜ਼ ਕਾਨਫਰੰਸ ਹੋਈ ਸੀ। ਤਾਂ ਪਿਛਲੇ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਇਹ ਤਾਂ ਦੱਸਿਆ ਸੀਗਾ ਕਿ ਜਿਹੜੀਆਂ ਨੇ ਟੋਟਲ ਗੋਲਮੇਜ਼ ਕਾਨਫਰੰਸਾਂ ਸੀਗੀਆਂ ਉਹ 3 ਹੋਈਆਂ ਸੀ, ਪਰ ਇਹ ਕਦੋਂ ਹੋਈਆਂ ਸੀ। ਤਾਂ ਪਹਿਲੀ ਹੋਈ ਸੀ ਆਪਣੇ ਕੋਲੇ 1930 ਦੇ ਵਿੱਚ, ਦੂਸਰੀ ਹੋਈ ਸੀ ਆਪਣੇ ਕੋਲੇ 1931 ਦੇ ਵਿੱਚ, ਔਰ ਤੀਸਰੀ ਆਪਣੇ ਕੋਲੇ ਹੋਈ ਸੀ 1932 ਦੇ ਵਿੱਚ। ਤਾਂ ਆਪਣੇ ਲਗਾ ਸਕਦੇ ਹੋ ਇਹ ਫਸਟ ਜਿਹੜੀ ਸੀਗੀ ਗੋਲਮੇਜ਼ ਕਾਨਫਰੰਸ ਹੋਈ ਸੀ 1931 ਦੇ ਵਿੱਚ, ਸੈਕਿੰਡ ਹੋਈ ਸੀ 1932 ਦੇ ਵਿੱਚ, ਥਰਡ ਹੋਈ ਸੀ। ਤਾਂ ਆਪਣੇ ਕੋਲ ਜਿਹੜਾ ਇੱਥੇ ਆਨਸਰ ਕੁਐਸਚਨ ਬਣਦਾ ਹੈ ਉਹ ਬਣਦਾ ਹੈ 1931 ਵਿੱਚ ਕਿਹੜੀ ਗੋਲਮੇਜ਼ ਕਾਨਫਰੰਸ ਹੋਈ ਸੀ। ਤਾਂ 1931 ਦੇ ਵਿੱਚ ਆਪਣੇ ਕੋਲ ਕਿਹੜੀ ਗੋਲਮੇਜ਼ ਕਾਨਫਰੰਸ ਹੋਈ ਸੀ, ਸੈਕਿੰਡ ਗੋਲਮੇਜ਼ ਕਾਨਫਰੰਸ ਹੋਈ। ਤਾਂ ਆਪਣਾ ਕੀ ਬਣ ਜਾਏਗਾ, ਬੀ ਆਨਸਰ ਜਿਹੜਾ ਹੈਗਾ ਰਾਈਟ ਆਨਸਰ ਬਣ ਜਾਏਗਾ। ਨੈਕਸਟ ਕੁਐਸਚਨ ਹੈ ਆਪਣੇ ਕੋਲ, The process of money bills is given in which article of the Constitution of India। ਤਾਂ ਮਨੀ ਬਿੱਲ ਦਾ ਪ੍ਰੋਸੈਸ ਜਿਹੜਾ ਹੈਗਾ ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਿੱਤਾ ਗਿਆ ਹੈ। ਤਾਂ ਇਸ ਕੁਐਸਚਨ ਜਿਹੜਾ ਸੀਗਾ ਪਿੱਛੇ ਆਪਾਂ ਪੜ੍ਹਿਆ ਸੀਗਾ ਕਿ ਮਨੀ ਬਿੱਲ ਦਾ ਜਿਹੜਾ ਸੀਗਾ ਉਹ ਡੈਫੀਨੇਸ਼ਨ ਜਿਹੜੀ ਸੀਗੀ ਉਹਦੀ ਪਰਿਭਾਸ਼ਾ ਸੀਗੀ ਉਹ ਕਿਹੜੇ ਆਰਟੀਕਲ ਦੇ ਅੰਦਰ ਆਉਂਦੀ ਸੀ, ਉਹ ਆਪਣੇ ਕੋਲ ਆਉਂਦੀ ਸੀ ਆਰਟੀਕਲ ਨੰਬਰ 110 ਦੇ ਵਿੱਚ। ਅਤੇ ਮਨੀ ਬਿੱਲ ਦਾ ਪ੍ਰੋਸੈਸ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ, ਉਹ ਆਪਣੇ ਕੋਲ ਆ ਜਾਂਦਾ ਆਰਟੀਕਲ ਨੰਬਰ 109 ਦੇ ਅੰਦਰ। ਤਾਂ ਇਹ ਆਪਣਾ ਰਾਈਟ ਆਨਸਰ ਬਣ ਜਾਂਦਾ ਹੈ। ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਰਾਜ ਸਭਾ ਇਜ਼ ਡਿਜ਼ੋਲਵਡ ਆਫਟਰ। ਤਾਂ ਇਸ ਤੋਂ ਬਾਅਦ ਰਾਜ ਸਭਾ ਜਿਹੜੀ ਹੁੰਦੀ ਹੈ ਭੰਗ ਹੋ ਜਾਂਦੀ ਹੈ। ਐਵਰੀ 5 years, ਐਵਰੀ 6 years, ਔਨ ਦੀ ਐਡਵਾਈਸ ਆਫ ਪ੍ਰਾਈਮ ਮਿਨਿਸਟਰ, ਜਾਂ ਫਿਰ ਨਨ ਆਫ ਦੀਸ। ਤਾਂ ਇਸ ਦਾ ਆਪਣੇ ਕੋਲੇ ਆਨਸਰ ਜੋ ਬਣੇਗਾ ਰਾਈਟ ਉਹ ਆਪਣੇ ਕੋਲੇ ਬਣਦਾ ਨਨ ਆਫ ਦੀ ਅਬਵ। ਨਨ ਆਫ ਦੀ ਅਬਵ ਆਨਸਰ ਜਿਹੜਾ ਆਪਣੇ ਕੋਲੇ ਰਾਈਟ ਆਨਸਰ ਹੈ। ਕਿਉਂ, ਕਿਉਂਕਿ ਜਿਹੜੀ ਆਪਣੇ ਕੋਲੇ ਰਾਜ ਸਭਾ ਹੁੰਦੀ ਹੈ, ਰਾਜ ਸਭਾ ਆਪਣੇ ਕੋਲੇ ਇਹ ਪਰਮਾਨੈਂਟ ਹਾਊਸ ਹੈ। ਇਹ ਇੱਕ ਕੀ ਹੈ ਜੀ, ਪਰਮਾਨੈਂਟ ਹਾਊਸ ਹੈ, ਜਿਸ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ। ਹੂ ਹੈਜ਼ ਰਿਟਨ ਦੀ ਬੁੱਕ ਅਰਥਸ਼ਾਸਤਰ। ਤਾਂ ਅਰਥਸ਼ਾਸਤਰ ਪੁਸਤਕ ਜਿਹੜੀ ਸੀਗੀ ਕਿਸ ਨੇ ਲਿਖੀ ਸੀ। ਤਾਂ ਇਸ ਦਾ ਜੋ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਹੈ ਉਹ ਬਣ ਜਾਂਦਾ ਜੀ ਕੌਟਲਿਆ। ਤਾਂ ਕੌਟਲਿਆ ਦੇ ਰਾਜ ਜਿਹੜੀ ਸੀਗੀ ਇਹ ਅਰਥਸ਼ਾਸਤਰ ਪੁਸਤਕ ਜਿਹੜੀ ਸੀ ਉਹ ਲਿਖੀ ਗਈ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਵਿਚ ਆਫ ਦੀ ਫੋਲੋਇੰਗ ਪਾਰਲੀਮੈਂਟਰੀ ਕਮੇਟੀ ਡਜ਼ ਨਾਟ ਡਰੋ ਐਨੀ ਮੈਂਬਰਸ ਫਰੋਮ ਦੀ ਰਾਜ ਸਭਾ। ਤਾਂ ਹੇਠ ਲਿਖੀਆਂ ਹੋਈਆਂ ਵਿੱਚੋਂ ਕਿਹੜੀ ਪਾਰਲੀਮੈਂਟ ਕਮੇਟੀ ਹੈ ਜਿਹੜੀ ਰਾਜ ਸਭਾ ਦੇ ਵਿੱਚੋਂ ਕੋਈ ਵੀ ਮੈਂਬਰ ਨਹੀਂ ਕੱਢਦੀ ਹੈ। ਤਾਂ ਇਸ ਦਾ ਵਿੱਚ ਆਪਣੇ ਕੋਲ ਆਨਸਰ ਬਣ ਜਾਂਦਾ ਹੈ ਜੀ ਕਮੇਟੀ ਆਫ ਐਸਟੀਮੇਟ। ਤਾਂ ਕਮੇਟੀ ਆਫ ਐਸਟੀਮੇਟ ਜਿਹੜੀ ਹੁੰਦੀ ਹੈ ਇਹ ਕਦੇ ਵੀ ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਆਪਣਾ ਜਿਹੜਾ ਹੈਗਾ ਮੈਂਬਰ ਨਹੀਂ ਚੁਣਦੀ। ਅਤੇ ਇਸੇ ਐਸਟੀਮੇਟ ਕਮੇਟੀ ਨੂੰ ਸਾਰੀਆਂ ਕਮੇਟੀਆਂ ਤੋਂ ਜਿਹੜੀ ਹੁੰਦੀ ਹੈ ਵੱਡੀ ਕਮੇਟੀ ਕਿਹਾ ਜਾਂਦਾ, ਮਤਲਬ ਕਿ ਲਾਰਜੈਸਟ ਕਮੇਟੀ ਹੁੰਦੀ ਹੈ ਇਹ। ਸਾਰੀਆਂ ਕਮੇਟੀਆਂ 'ਚੋਂ ਲਾਰਜੈਸਟ ਕਮੇਟੀ ਹੁੰਦੀ ਹੈ ਐਸਟੀਮੇਟ ਕਮੇਟੀ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਅਪਰ ਹਾਊਸ ਆਫ ਦੀ ਇੰਡੀਅਨ ਪਾਰਲੀਮੈਂਟ ਇਜ਼ ਨੋਨ ਐਜ਼। ਤਾਂ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਵੀ ਕਿਹਾ ਜਾਂਦਾ ਹੈ, ਕੀ ਕਿਹਾ ਜਾਂਦਾ ਹੈ। ਤਾਂ ਇਹਦਾ ਆਪਣੇ ਕੋਲ ਆਨਸਰ ਬਣ ਜਾਂਦਾ ਜੀ ਰਾਜ ਸਭਾ। ਰਾਜ ਸਭਾ ਕੀ ਹੁੰਦੀ ਹੈ, ਆਪਣੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਨੂੰ ਕਿਹਾ ਜਾਂਦਾ ਹੈ, ਮਤਲਬ ਕਿ ਸਭ ਤੋਂ ਉੱਪਰਲਾ ਸਦਨ ਕਿਹੜਾ ਹੁੰਦਾ ਹੈ, ਰਾਜ ਸਭਾ ਹੁੰਦੀ ਹੈ। ਤਾਂ ਕਿਉਂਕਿ ਇਹ ਇੱਕ ਕੀ ਹੁੰਦੀ ਹੈ, ਰਾਜ ਸਭਾ ਇੱਕ ਪਰਮਾਨੈਂਟ ਹਾਊਸ ਹੁੰਦਾ ਹੈ ਜਿਸ ਨੂੰ ਕਦੇ ਵੀ ਡਿਸੋਲਵ ਨਹੀਂ ਕੀਤਾ ਜਾ ਸਕਦਾ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ। ਥੈਂਕ ਯੂ ਦੋਸਤੋ।